ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨਾ ਸਿਮਰੋ ਅੰਗਦ ਦੁਖ ਨਿਕੰਦਨਾ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸਕ ਸ਼੍ਰੀ ਹਰਿ ਗੋਬਿੰਦ ਸੁਮਤ ਪਰਗਾਸਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸ਼ਨ ਸੋਏ ਦੋਹਰਾ ਜੈ ਹੋ ਬਹੁਤ ਸਤਿਗੁਰ ਪ੍ਰਭੂ ਜਨਨੀ ਆਦਿ ਜੇ ਸਿੱਖ ਨੈ ਮਨ ਲਿਆਵਤ ਸਾਚ ਕੋ ਹੋਏ ਜੋ ਬਾਤ ਭਵਿਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਕੱਲ ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਜਦੋਂ ਪੰਮਾ ਪਰੋਤ ਪਹਾੜੀਆਂ ਦਾ ਵਕੀਲ ਪਹਾੜੀਆਂ ਦਾ ਵਿਚੋਲਾ ਇੱਕ ਚਿੱਠੀ ਲੈ ਕੇ ਆਇਆ ਦਸਵੇਂ ਪ੍ਰੀਤਮ ਜੀ ਕੋਲ ਕਿ ਸਾਡੀ ਬੇਨਤੀ ਆ, ਅਸੀਂ ਪਹਾੜੀਆਂ ਨੇ ਸਾਰਿਆਂ ਨੇ ਮਤਾ ਪਕਾਇਆ ਹੈ ਬਈ ਤੁਸੀਂ ਇੱਕ ਵਾਰੀ ਕਿਲਾ ਛੱਡ ਕੇ ਚਲੇ ਜਾਓ ਔਰ ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ, ਬਸ ਅਸੀਂ ਔਰੰਗਜ਼ੇਬ ਨੂੰ ਇੰਨਾ ਕਹਿਣ ਜੋਗੇ ਹੋ ਜਾਵਾਂਗੇ ਬਈ ਅਸੀਂ ਉਹਨਾਂ ਨੂੰ ਅਨੰਦਪੁਰ ਚੋਂ ਕੱਢ ਦਿੱਤਾ। ਜਦ ਇਹ ਚਿੱਠੀ ਸਭਾ ਦੇ ਵਿੱਚ ਦੀਵਾਨ ਦੇ ਵਿੱਚ ਪੜ੍ਹੀ ਗਈ, ਸਾਰੇ ਸਿੰਘਾਂ ਨੇ ਸੁਣੀ, ਮਾਤਾ ਜੀ ਨੇ ਵੀ ਸੁਣੀ ਤੇ ਸਾਰਿਆਂ ਨੂੰ ਨਿਕਾਲੀ ਪੈ ਗਈ। ਸਾਰੇ ਕਹਿਣ ਲੱਗੇ ਆ ਤਾਂ ਵਧੀਆ ਗੱਲ ਬਣੀ ਮਹਾਰਾਜ। ਸਿੰਘਾਂ ਨੇ ਮਾਤਾ ਜੀ ਨੂੰ ਵੀ ਨਾਲ ਸਿਖਾ ਲਿਆ, ਮਾਤਾ ਜੀ ਤੁਸੀਂ ਵੀ ਜਾ ਕੇ ਕਹੋ, ਅਸੀਂ ਵੀ ਕਹਾਂਗੇ ਵੀ ਆਪਾਂ ਕਿਲਾ ਛੱਡ ਜਾਈਏ, ਹੁਣ ਵਧੀਆ ਮੌਕਾ ਬਣਿਆ, ਇੱਥੇ ਭੁੱਖੇ ਮਰਦੇ ਆ, ਬਾਹਰ ਜਾ ਕੇ ਚੰਗਾ ਖਾ ਪੀ ਕੇ ਤਕੜੇ ਹੋ ਜਾਵਾਂਗੇ, ਫਿਰ ਆ ਕੇ ਖੋਹ ਲਵਾਂਗੇ ਅਨੰਦਪੁਰ ਸਾਹਿਬ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਭਵਿੱਖ ਨੂੰ ਜਾਣਨ ਵਾਲੇ, ਭਵਿੱਖ ਦੀਆਂ ਗੱਲਾਂ ਦੱਸਦੇ ਹੋਏ ਕਹਿੰਦੇ ਇਹ ਸੌਹਾਂ ਜ਼ਰੂਰ ਪਾਉਂਦੇ ਆ ਪਰ ਸੌਹਾਂ 'ਤੇ ਟਿਕਣਗੇ ਨਹੀਂ। ਇਹਨਾਂ ਨੇ ਬਾਹਰ ਨਿਕਲਦਿਆਂ ਹੀ ਕਿਲੇ 'ਚੋਂ ਆਪਣੇ 'ਤੇ ਹਮਲਾ ਕਰ ਦੇਣਾ ਅਤੇ ਜੇ ਆਪਾਂ ਇੱਥੇ ਬੈਠੇ ਰਹੀਏ ਤਾਂ ਇਹ ਕੁਛ ਨਹੀਂ ਕਰ ਸਕਦੇ, ਆਪੇ ਚਲੇ ਜਾਣਗੇ ਉੱਠ ਕੇ। ਅਤੇ ਅਖੀਰ ਨਾ ਸਿੰਘਾਂ ਨੇ ਕਿਹਾ ਵੀ ਰੁਕ ਜਾਂਦੇ ਆ ਅਤੇ ਨਾ ਹੀ ਮਾਤਾ ਜੀ ਨੇ, ਸਾਰੇ ਹੀ ਜ਼ੋਰ ਪਾਉਣ ਲੱਗੇ ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਚਲੋ ਫਿਰ ਹੁਣ ਇਹਨਾਂ ਨੂੰ ਕੋਈ ਤਜਰਬਾ ਦਿਖਾਈਏ ਫਿਰ ਹੀ ਗੱਲ ਬਣਨੀ, ਐਵੇਂ ਨਹੀਂ ਮੰਨਦੇ। ਅਤੇ ਪਾਤਸ਼ਾਹ ਨੇ ਫਿਰ ਸਿੰਘਾਂ ਨੂੰ, ਮਾਤਾ ਜੀ ਨੂੰ, ਸਾਰਿਆਂ ਨੂੰ ਇੱਕ ਤਜਰਬਾ ਦਿਖਾਇਆ ਬਈ ਇਹ ਪਹਾੜੀਏ ਆਪਣੀਆਂ ਸੌਹਾਂ 'ਤੇ ਆਪਣੀ ਗੱਲ 'ਤੇ ਕਿੰਨੇ ਕੁ ਪੱਕੇ ਆ। ਇਹ ਵਿਚਾਰ ਹੁਣ ਆਪਾਂ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ ਗੱਜ ਕੇ ਆਖੀਏ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਕਹਿਓ ਬਾਤ ਸਤਿਗੁਰ ਪ੍ਰਭੂ ਜਨਨੀ ਆਦਿ ਜੀ ਸਿੱਖ। ਜਦੋਂ ਸਾਰੇ ਹੀ ਬਾਰ-ਬਾਰ ਜ਼ੋਰ ਨਾਲ ਕਹਿਣ ਲੱਗੇ ਪਾਤਸ਼ਾਹ ਮੰਨ ਜਾਓ, ਕਿਲਾ ਛੱਡ ਚੱਲੀਏ, ਮੌਕਾ ਮਿਲਿਆ, ਇਹ ਆਪਾਂ ਨੂੰ ਲੰਘਾ ਦੇਣਗੇ, ਘੇਰਾ ਚੱਕ ਲੈਣਗੇ ਆਪਣਾ, ਤਾਂ ਪਾਤਸ਼ਾਹ ਜੀ ਕਹਿਣ ਲੱਗੇ ਕਹਿ ਮਨ ਲਿਆਵਤ ਸਾਚ ਕੋ ਹੋਏ ਜੋ ਬਾਤ ਭਵਿੱਖ। ਜਾਨੀ ਜਾਣ ਸਤਿਗੁਰੂ ਆਉਣ ਵਾਲੇ ਸਮੇਂ ਬਾਰੇ ਜਾਣਦੇ ਆ ਤੇ ਸੋਚਦੇ ਆ, ਇਹ ਨਹੀਂ ਮੰਨਦੇ। ਇਹਨਾਂ ਨੂੰ ਆਉਣ ਵਾਲੇ ਸਮੇਂ ਦਾ ਪਤਾ ਨਹੀਂ ਕੀ ਹੋ ਰਿਹਾ ਹੈ ਜੀ। ਸ੍ਰੀ ਕਰ ਕੀ ਤਰ ਤਬੇ ਵਿਚਾਰਾ ਇਹਨੂੰ ਦਿਖਾਵੋ ਕਰ ਪਤਿਆਰਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੋਚਿਆ ਫਿਰ ਇਹਨਾਂ ਨੂੰ ਹੁਣ ਪ੍ਰੈਕਟੀਕਲੀ ਕਰਾਵਾਂ। ਕਹੇ ਤਾਂ ਨਹੀਂ ਮੰਨਦੇ ਨਾ। ਪਤਿਆਰਾ ਭਾਵ ਇਹਨਾਂ ਦੀ ਤਸੱਲੀ ਕਰਾਉਣ ਵਾਸਤੇ ਹੁਣ ਇਹਨਾਂ ਨੂੰ ਕੋਈ ਪਹਾੜੀਆਂ ਨੂੰ ਅਜਮਾ ਕੇ ਵਿਖਾ ਦੇਵਾਂ ਕਿ ਪਹਾੜੀ ਆਪਣੀਆਂ ਸੌਹਾਂ ਕਸਮਾਂ ਤੇ ਕਿੰਨੇ ਕਾਇਮ ਰਹਿੰਦੇ ਹਨ। ਪਾਮਾ ਆਪਣਾ ਹਜੂਰ ਹਕਾਰਿਓ ਸਭਨ ਸੁਨਾਵਤ ਤਿਸੇ ਉਚਰਿਓ। ਔਰ ਪੰਮੇ ਪੰਡਤ ਨੂੰ ਆਪਣੇ ਕੋਲ ਬੁਲਾ ਲਿਆ ਤੇ ਸਾਰਿਆਂ ਨੂੰ ਸੁਣਾਉਂਦੇ ਹੋਏ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਵੀ ਐਦਾਂ ਕਰ ਫਿਰ। ਅਬ ਰੰਗਾ ਅਰ ਗਿਰਪਤ ਸਾਰੀ ਸਹਿਤ ਸਮਾਜ ਜੀ ਚਹਿਤ ਨਿਕਾਰੀ। ਜੇ ਸੋਡਾ ਸਾਰਾ ਹੀ ਕੋੜਮਾ ਕਿਆ ਤੁਰਕ ਕਿਆ ਪਹਾੜੀਏ ਸਾਨੂੰ ਇੱਥੋਂ ਕੱਢਣਾ ਹੀ ਚਾਹੁੰਦੇ ਆ ਨਾ, ਤਾਂ ਐਦਾਂ ਕਰੋ 5000 ਬਿਖਬ ਬਨਜਾਰੀ ਭੀਜ ਦਿਓ ਹਮ ਕੋਸ਼ ਨਿਕਾਰੀ। ਅਸੀਂ ਆਪਣਾ ਪਹਿਲਾਂ ਖਜ਼ਾਨਾ ਲੈ ਕੇ ਜਾਵਾਂਗੇ ਤੇ ਖਜ਼ਾਨਾ ਲੱਦਣ ਵਾਸਤੇ ਸਾਡੇ ਕੋਲ 5000 ਬਲਦ ਭੇਜੋ। ਇੰਨਾ ਸਮਾਨ ਸਾਡਾ ਅੰਦਰ ਪਿਆ, ਉਹ ਛੱਡ ਕੇ ਨਹੀਂ ਜਾਣਾ। ਅਸੀਂ ਆਪਣਾ ਖਜ਼ਾਨਾ ਲੈ ਕੇ ਜਾਵਾਂਗੇ। ਪਹਿਲਾਂ ਤੁਸੀਂ 5000 ਬਣਜਾਰੇ ਜਿਹੜੇ ਭਾਰ ਢੋਂਦੇ, ਅੱਜ ਤਾਂ ਟਰੈਕਟਰ ਟਰਾਲੀਆਂ ਟਰੱਕ ਆ ਗਏ, ਉਦੋਂ ਬਲਦਾਂ ਹਾਥੀਆਂ ਨਾਲ ਵੀ ਭਾਰ ਢੋਇਆ ਜਾਂਦਾ ਸੀ। ਕਹਿੰਦੇ 5000 ਬਲਦ ਬੋਰਿਆਂ ਸਮੇਤ ਛੱਟਾਂ ਸਮੇਤ, ਬਲਦ ਦੇ ਉੱਤੇ ਹੀ ਬੋਰਾ ਪੈ ਜਾਂਦਾ, ਉਹਦੇ ਵਿੱਚ ਸਮਾਨ ਪੈ ਜਾਂਦਾ। ਜਿਵੇਂ ਗਧਿਆਂ ਉੱਤੇ ਛੋਟੀ ਖੁਰਜੀ ਪੈ ਜਾਂਦੀ ਹੈ, ਇਸੇ ਤਰ੍ਹਾਂ ਹੀ ਬੋਰੀਆਂ ਸਮੇਤ ਛੱਟਾਂ ਸਮੇਤ ਸਾਡੇ ਕੋਲ 5000 ਬਲਦ ਅਤੇ ਉਹਨਾਂ ਦੇ ਮਾਲਕ ਬਣਜਾਰਿਆਂ ਨੂੰ ਭੇਜਣਾ ਕਰੋ ਤਾਂ ਕਿ ਅਸੀਂ ਪਹਿਲਾਂ ਆਪਣਾ ਖਜ਼ਾਨਾ ਲੱਦ ਲਈਏ ਜੀ। ਪ੍ਰਥਮ ਹਮਾਰੀ ਦੌਲਤ ਜਾਵੇ ਤਿਸ ਪਛਾਤੀ ਨਿਕਲ ਸਿਦਾਵੇ। ਇਸ ਕਰਕੇ ਪਹਿਲਾਂ ਅਸੀਂ ਆਪਣੀ ਦੌਲਤ, ਆਪਣੀ ਮਾਇਆ, ਆਪਣਾ ਖਜ਼ਾਨਾ ਜਿਹੜਾ ਹੈ ਉਹ ਲੱਦਾਂਗੇ, ਪਹਿਲਾਂ ਉਹਨੂੰ ਬਾਹਰ ਕੱਢਾਂਗੇ, ਫਿਰ ਉਹਦੇ ਮਗਰ ਅਸੀਂ ਨਿਕਲਾਂਗੇ। ਇਸ ਕਰਕੇ ਸਾਡੇ ਕੋਲ ਬਲਦ ਭੇਜੋ ਖੁਰਜੀਆਂ ਵਾਲੇ ਬੋਰੀਆਂ ਸਮੇਤ। ਤਾਂ ਇਹ ਗੜ ਬੜਾ ਖੁਸ਼ ਹੋਇਆ ਪੰਮਾ। ਆਪਣੇ ਸਮਾਜ ਸਾਥ ਹਮ ਰਾਖੈ ਜੰਗਲ ਦੇਸ਼ ਜਾਨ ਅਭਿਲਾਖੈ। ਅਸੀਂ ਇੱਥੋਂ ਜੰਗਲ ਵੱਲ ਚਲੇ ਜਾਂਦੇ ਆ। ਆਪਣਾ ਇਲਾਕਾ ਇਹ ਜੰਗਲ ਦਾ ਇਲਾਕਾ ਸੀਗਾ। ਉਹ ਮਾਝਾ ਵੱਜਦਾ ਸੀ, ਉਹ ਦੁਆਬਾ ਵੱਜਦਾ ਸੀ, ਪਰ ਇਹਨੂੰ ਜੰਗਲ ਦਾ ਇਲਾਕਾ ਕਹਿੰਦੇ ਸੀ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਅਸੀਂ ਜੰਗਲ ਵੱਲ ਚਲੇ ਜਾਵਾਂਗੇ, ਤੁਸੀਂ ਸਾਡਾ ਸਮਾਨ ਲੱਦਣ ਦਾ ਇੰਤਜ਼ਾਮ ਕਰਕੇ ਭੇਜੋ। ਏਮ ਸੁਨ ਪਾਮਾ ਬਾਹਰ ਗਿਓ ਗਿਰਪਤ ਸਾਥ ਕਹਿਤ ਵਿਦ ਪਿਓ। ਤੋ ਇਹ ਸੁਨੇਹਾ ਲੈ ਕੇ ਹੁਣ ਪੰਮਾ ਪ੍ਰੋਹਤ ਜਿਹੜਾ ਹੈ ਪਹਾੜੀਆਂ ਕੋਲ ਆਇਆ ਹੈ। ਸੁਣ ਕੇ ਹਰ ਕੇ ਸਭ ਹੀ ਮਾਨੀ ਉਮਰਾਵਨ ਪੀਨੇ ਕੇ ਜਾਨੀ। ਸਾਰੇ ਖੁਸ਼ ਹੋ ਗਏ। ਤਾਂ ਵਧੀਆ ਗੱਲ ਬਣ ਗਈ ਯਾਰ, ਸ਼ੁਕਰ ਹੈ ਖਹਿੜਾ ਛੁੱਟੂਗਾ, ਘਰਾਂ ਨੂੰ ਜਾਵਾਂਗੇ ਔਰ ਇਹ ਇੱਥੋਂ ਨਿਕਲ ਜਾਣਗੇ। ਆਪਾਂ ਇਹਨਾਂ ਦੇ ਕੋਲ ਭੇਜ ਦਿਓ ਬਲਦ ਬੋਰੀਆਂ ਸਮੇਤ ਤਾਂ ਕਿ ਆਪਣਾ ਸਮਾਨ ਲੈ ਜਾਣ। ਨਿਤ ਕੋ ਰਨ ਮਹਮ ਮਿਟ ਜਾਏ ਆਪੋ ਆਪਣੀ ਸਦਨ ਸਿਧਾਏ। ਕਿਉਂਕਿ ਇਹ ਵੀ ਅੱਕ ਗਏ, ਕਈ ਮਹੀਨੇ ਬੈਠਣਾ ਪਿਆ ਉੱਥੇ, ਅੱਕ ਗਏ ਉਹ ਵੀ। ਪਰ ਗੁਰੂ ਕੀ ਫੌਜਾਂ ਨਹੀਂ ਅੱਕੀਆਂ। ਭਾਵੇਂ ਭੁੱਖ ਦਾ ਤਸੀਹਾ ਬਹੁਤ ਵੱਡਾ ਹੈ, ਭੁੱਖ ਦਾ ਦੁੱਖ ਬਹੁਤ ਵੱਡਾ ਹੈ, ਪਰ ਸਿੰਘਾਂ ਦੇ ਅੰਦਰ ਗੁਰੂ ਕੀ ਬਖਸ਼ੀ ਪਾਵਰ ਹੈ। ਆਤਮਿਕ ਸ਼ਕਤੀ ਦੇ ਉੱਤੇ ਸਿੰਘ ਬੈਠੇ ਹਨ ਅੰਦਰ, ਪਰ ਇਹ ਥੱਕ ਗਏ ਹਨ ਬੈਠੇ ਬੈਠੇ। ਇਹਨਾਂ ਕੋਲ ਵੀ ਰਾਸ਼ਨ ਮੁੱਕਣਾ ਸ਼ੁਰੂ ਹੋ ਗਿਆ ਸੀਗਾ। ਕਿੰਨਾ ਖਵਾਉਂਦੇ, ਘੋੜਿਆਂ ਦਾ ਰਾਸ਼ਨ ਵੀ, ਫੌਜਾਂ ਦਾ ਰਾਸ਼ਨ ਵੀ। ਇਸ ਕਰਕੇ ਇਹ ਵੀ ਸੋਚਦੇ ਆ ਜੇ ਇਹ ਨਿਕਲ ਜਾਣ ਤੇ ਜੰਗ ਇੱਥੇ ਹੀ ਰੋਕ ਕੇ ਅਸੀਂ ਚਲੇ ਜਾਈਏ ਜੀ। ਲਸ਼ਕਰ ਵਿਖੇ ਬ੍ਰਿਖਬ ਬਣਜਾਰੀ ਕਰੇ ਬਟੋਰਨ ਤਤ ਛਿਨ ਸਾਰੀ। ਉਸੇ ਵੇਲੇ ਇਹਨਾਂ ਨੇ ਪਹਾੜੀ ਪਿੰਡਾਂ ਦੇ ਵਿੱਚੋਂ ਬਣਜਾਰੇ ਇਕੱਠੇ ਕੀਤੇ ਬਲਦਾਂ ਵਾਲੇ, ਬਈ ਆਪਣੇ ਬਲਦ ਉੱਤੇ ਬੋਰੇ ਪਾ ਕੇ, ਛੱਟਾਂ ਪਾ ਕੇ
ਖੁਰਜੀਆਂ ਪਾ ਕੇ ਲੈ ਕੇ ਆਓ ਜੀ। ਕਬ ਗੌਨ ਜੁਤ 5000 ਭੇਜ ਦੀਏ ਸਤਿਗੁਰ ਦਰਬਾਰ। ਔਰ ਇਸ ਤਰ੍ਹਾਂ 5000 ਬਲਦਾਂ ਉੱਤੇ ਗੌਣ ਪਾ ਕੇ, ਗੌਣ ਵੀ ਬੋਰੇ ਨੂੰ ਕਹਿੰਦੇ ਆ, ਜਦ ਉੱਠ ਉੱਤੇ ਪਾਏ ਜਾਵੇ ਤੇ ਬੋਰਾ ਹੁੰਦਾ, ਘੋੜੇ ਤੇ ਪਾਈ ਜਾਵੇ ਤੇ ਖੁਰਜੀ ਹੁੰਦੀ ਆ, ਗਧੇ ਤੇ ਪਾਈ ਜਾਵੇ ਤੇ ਖੁਰਜੀ ਹੁੰਦੀ ਆ। ਬਲਦਾਂ ਉੱਤੇ ਪਾਉਣ ਵਾਲੇ ਨੂੰ ਛੱਠ ਕਹਿੰਦੇ ਆ, ਗੌਣ ਕਹਿੰਦੇ ਆ। ਤੋ ਉਹ ਗੋਨਾ ਸਮੇਤ ਇਹਨਾਂ ਨੇ 5000 ਬਲਦ ਵਣਜਾਰਿਆਂ ਦੀ ਪੈਰਵਾਈ ਵਿੱਚ ਭੇਜ ਦਿੱਤੇ। ਆਨੰਦ ਰੇ ਡਿਗ ਪ੍ਰਭ ਗੁਣ ਕਹਿਓ ਧਰਮ ਈਮਾਨ ਦੋਹਨ ਜਿ ਮਿਲਾਇਓ। ਔਰ ਲਿਆ ਕਰਕੇ ਜਦੋਂ ਇਹਨਾਂ ਨੇ ਬਲਦ ਪਹੁੰਚਾ ਦਿੱਤੇ ਤੇ ਪੰਮੇ ਨੂੰ ਕਹਿਣ ਲੱਗੇ, ਦੇਖ ਲਓ ਬਈ ਹੁਣ ਸੋਚ ਲਾ ਕਿ ਹਿੰਦੂ ਲੋਕ, ਪਹਾੜੀਏ ਲੋਕ ਧਰਮ ਤੇ ਰਹਿਣਗੇ, ਮੁਸਲਮਾਨ ਆਪਣੇ ਈਮਾਨ ਤੇ ਰਹਿਣਗੇ। ਸੋ ਕਰਕੇ ਹਮਰੇ ਡਿਗਿਆ ਨਾ ਤੋ ਹਮ ਜਾਣੇ ਸਾਚ ਬਖਾਨਾ। ਬਲਦ ਆ ਗਏ, ਇੱਕ ਵਾਰੀ ਆਪਦੇ ਬੰਦਿਆਂ ਨੂੰ ਫੇਰ ਪੁੱਛਿਆ, ਬਈ ਸਹੁੰਆਂ ਜਿਹੜੀਆਂ ਪਾਉਂਦੇ ਆਪਣੇ ਧਰਮ ਦੀਆਂ, ਮੁਸਲਮਾਨ ਆਪਣੇ ਈਮਾਨ ਦੀਆਂ, ਕੀ ਉਹ ਇਸ ਗੱਲ ਤੇ ਪੱਕੇ ਰਹਿਣਗੇ? ਪਹੁੰਚੋ ਸਭ ਪਾਸ ਕਹਿਓ ਗੁਰੂ ਕੋ ਕੀਨ ਪ੍ਰਕਾਸ਼। ਇਹ ਵਕੀਲ ਬਣਿਆ ਦੋਨਾਂ ਦਾ, ਤੇ ਹੁਣ ਭੱਜ ਕੇ ਉਧਰ ਜਾਂਦਾ ਹੈ ਤੇ ਕਹਿਣ ਲੱਗਿਆ ਵੀ ਗੁਰੂ ਸਾਹਿਬ ਇਹ ਕਹਿੰਦੇ ਹਨ, ਕਰਮ ਕਰੇ ਸੁਨ ਤਬ ਕਰ ਦੀਨਾ ਸ਼ਿਵ ਠਾਕੁਰ ਕੀ ਆਨੇ ਕੀਨਾ। ਔਰ ਪਹਾੜੀਏ ਕਹਿੰਦੇ ਸਾਨੂੰ ਸ਼ਿਵ ਜੀ ਦੀ ਸਹੁੰ, ਸਾਨੂੰ ਉੱਥੇ ਇਤਿਹਾਸ ਵਿੱਚ ਇਹ ਵੀ ਲਿਖਿਆ ਕਿ ਉਹਨਾਂ ਨੇ ਆਟੇ ਦੀ ਗਾਂ ਬਣਾ ਕੇ ਥਾਲ ਵਿੱਚ ਰੱਖ ਦਿੱਤੀ, ਔਰ ਵਿੱਚ ਇੱਕ ਚਿੱਠੀ ਤੇ ਲਿਖ ਕੇ ਰੱਖਤਾ, ਸਾਨੂੰ ਗਊ ਦੀ ਸਹੁੰ ਸਾਡੇ ਧਰਮ ਦੀ ਸਹੁੰ ਹੈ। ਤੁਰਕਨ ਕਰਿਓ ਮਾਨ ਪਠਾਵਾ ਜਿਵ ਪ੍ਰਭ ਕਹਿਓ ਤਥਾ ਮਗਵਾਵਾ। ਔਰ ਤੁਰਕਾਂ ਨੇ ਵੀ ਆਪਣੀ ਕੁਰਾਨ ਦੀ ਸਹੁੰ ਪਾ ਕੇ ਵਿੱਚ ਵਜੀਦੇ ਵਰਗਿਆਂ ਨੇ ਸਾਈਨ ਕਰਕੇ ਵਿੱਚ ਰੱਖ ਦਿੱਤੀ ਹੈ, ਤੇ ਇਹ ਲੈ ਕੇ ਥਾਲ ਵਿੱਚ ਆਟੇ ਦੀ ਬਣਾ ਕੇ ਗਾਂ ਰੱਖਤੀ ਵਿਚਾਲੇ। ਜਿਵੇਂ ਇਹਨਾਂ ਬਾਹਮਣਾਂ ਦਾ ਕਾਰਜ ਹੁੰਦਾ ਬੜੇ ਲੰਬੇ ਸਮੇਂ ਤੋਂ ਹੀ, ਤਾਂ ਇਹਨਾਂ ਨੇ ਗੁਰੂ ਪਿਆਰਿਓ ਗਾਂ ਬਣਾਈ ਆ ਆਟੇ ਦੀ, ਗਊ ਦੀ ਸਹੁੰ ਖਾਂਦੇ ਆ ਪਰ ਆਟਾ ਤਾਂ ਖਾਈ ਜਾਂਦੇ ਆ, ਫਿਰ ਸਹੁੰ ਕਾਹਦੀ ਰਹਿ ਗਈ, ਕਹੋ ਸਤਨਾਮ। ਤੋ ਖੈਰ ਇਹਨਾਂ ਨੇ ਆਟੇ ਦੀ ਗਾਂ ਬਣਾ ਕੇ ਆਪਣੇ ਧਰਮ ਦੀ, ਸ਼ਿਵ ਦੀ ਗਊ ਦੀ ਸਹੁੰ ਖਾਧੀ ਆ। ਤੁਰਕਾਂ ਨੇ ਕੁਰਾਨ ਦੀ ਸਹੁੰ ਖਾ ਕੇ ਔਰ ਲਿਖ ਕੇ ਭੇਜ ਦਿੱਤਾ ਹੈ, ਸਤਿਗੁਰ ਕੋ ਸਪ ਕੋ ਬਲਵਾਇਓ ਪ੍ਰਥਮ ਸਭਨ ਤੇ ਕਰ ਸਮਝਾਇਓ। ਪਹਿਲਾਂ ਤਾਂ ਸਾਰਿਆਂ ਦੇ ਵਿੱਚ ਪਾਤਸ਼ਾਹ ਨੇ ਖਜ਼ਾਨਚੀ ਸੱਦਿਆ, ਲੈ ਵੀ ਆਪਣਾ ਜਿੰਨਾ ਖਜ਼ਾਨਾ ਪਿਆ ਇਹਨਾਂ ਬਲਦਾਂ ਤੇ ਲੱਦ ਦੇ। ਫਿਰ ਉਹਨੂੰ ਇਕੱਲੇ ਨੂੰ ਪਾਸੇ ਕਰ ਲਿਆ। ਮੋਟੀ ਪਾਣੀ ਜੀਨ ਪੁਰਾਣੇ ਬੁਰਦ ਪੋਸ਼ੈ ਜਿਤ ਕਮਾਨੇ। ਕੀ ਲੱਦਣਾ ਇਹਦੇ ਵਿੱਚ? ਮਰ ਕੀ ਲੱਦਣਾ? ਉਹ ਜਿਹੜੇ ਟੁੱਟੇ ਜੋੜੇ ਪਏ ਆ, ਪਾਟੇ ਕੱਪੜੇ ਪਏ ਆ, ਕੋਈ ਘੋੜਿਆਂ ਦੀਆਂ ਟੁੱਟੀਆਂ ਭੱਜੀਆਂ ਕਾਠੀਆਂ ਪਈਆਂ ਹੈ, ਹਾਂਜੀ ਬਸ ਉਹ ਇਹਨਾਂ ਵਿੱਚ ਭਰ ਦਿਓ ਜੀ। ਮਾਰੇ ਤੁਰੰਗਮ ਚਰਮ ਅਨੇਕ ਸੱਚ ਵਾਏ ਕਰ ਹਾੜ ਜਤੀਕ। ਕੁਝ ਆਪਣੇ ਘੋੜੇ ਗੁਜ਼ਰ ਗਏ, ਉਹਨਾਂ ਦੀਆਂ ਹੱਡੀਆਂ ਵੀ ਅੰਦਰ ਪਈਆਂ ਨੇ, ਉਹ ਭਰ ਦਿਓ ਬੋਰਿਆਂ ਵਿੱਚ। ਸੱਚ ਠੀਕਰੀ ਬਾਸਨ ਫੂਟੇ ਜੀਰਨ ਬਸਤਰ ਸਾਜ ਸਭ ਟੂਟੇ। ਆ ਟੁੱਟੇ ਭੱਜੇ ਜੇ ਘੜੇ, ਟੁੱਟੀਆਂ ਭੱਜੀਆਂ ਡਲੇ ਇੱਟਾਂ ਔਰ ਠੀਕਰੀਆਂ, ਜੀਰਨ ਪੁਰਾਣੇ ਕੱਪੜੇ ਜਿਹੜੇ ਪਾਉਣ ਵਾਲੇ ਨਹੀਂ, ਸਾਜ਼ ਜਿਹੜੇ ਘੋੜਿਆਂ ਦੇ ਟੁੱਟ ਜਾਂਦੇ ਆ, ਸਾਜ਼ ਕਹਿੰਦੇ ਆ, ਕਾਠੀ ਲਗਾਮ ਪਟਾ ਤੰਗ ਥੱਲੇ ਹੁੰਦਾ, ਇਹ ਸਾਰੇ ਨੂੰ ਮਿਲਾ ਕੇ ਸਾਜ਼ ਕਹਿੰਦੇ ਆ। ਘੋੜਿਆਂ ਦੇ ਟੁੱਟੇ ਹੋਏ ਸਾਜ਼, ਇਹ ਸਾਰਾ ਕੁਝ ਇਹਨਾਂ ਬੋਰਿਆਂ ਵਿੱਚ ਭਰ ਦਿਓ ਜੀ। ਸਕਲ ਕੌਣ ਪਰ ਕੀ ਜੀ ਤਿਆਰੀ ਨਿਸ਼ਾ ਪਰੇ ਦਿਓ ਬਹਿਰ ਨਿਕਾਰੀ। ਔਰ ਇਹ ਸਾਰਾ ਸਮਾਨ ਪਾ ਕੇ ਉਤੋਂ ਚੰਗੇ ਦਿਸ਼ਾਲਿਆਂ ਨਾਲ ਢੱਕ ਦੇਣਾ, ਠੀਕ ਆ। ਖਜ਼ਾਨਚੀ ਨੂੰ ਸਮਝਾ ਦਿੱਤਾ ਹੈ, ਸਿੰਘਾਂ ਨੂੰ ਸਮਝਾ ਦਿੱਤਾ ਹੈ, ਔਰ ਸਿੰਘਾਂ ਨੂੰ ਕੱਲਿਆਂ ਨੂੰ ਇਹ ਵੀ ਦੱਸਿਆ ਕਿ ਹੁਣ ਮੈਂ ਤੁਹਾਨੂੰ ਤਜਰਬਾ ਕਰਾਉਣਾ ਕਿ ਇਹ ਤੁਰਕ, ਇਹ ਪਹਾੜੀਏ ਆਪਣੀ ਸਹੁੰ 'ਤੇ ਕਿੰਨੇ ਕੁ ਕਾਇਮ ਹੈ। ਤਾਂ ਉਸੇ ਵੇਲੇ ਫਿਰ ਪਾਤਸ਼ਾਹ ਕਹਿੰਦੇ ਇਹ ਸਾਰੀ ਤਿਆਰੀ ਕਰਕੇ ਬਲਦਾਂ ਨੇ ਉੱਤੇ ਸਮਾਨ ਲੱਦ ਕੇ ਉਤੋਂ ਚੰਗੇ ਸੋਹਣੇ ਦਿਸ਼ਾਲਿਆਂ ਨਾਲ ਢੱਕ ਦਿਓ ਜੀ। ਔਟ ਬਾਲ ਕੀ ਨਾ ਤਿਮ ਕਾਜੂ ਲਿਓ ਸਕੀਲ ਪੁਰਾਨ ਸਬਾਜੂ। ਉਸੇ ਵੇਲੇ ਕਹਿੰਦੇ ਕੋਤਵਾਲ ਨੇ ਗੁਰੂ ਜੀ ਦੇ ਕਹਿਣ ਅਨੁਸਾਰ ਇਹ ਸਾਰਾ ਕੰਮ ਕਰਨਾ ਸ਼ੁਰੂ ਕਰਤਾ। ਪੰਮੇ ਨੂੰ ਮੋੜਤਾ, ਕਹਿੰਦੇ ਜਾ ਤੂੰ, ਅਸੀਂ ਆਪਣਾ ਸਮਾਨ ਭਰਦੇ ਹਾਂ, ਕੱਢਦੇ ਹਾਂ,
ਸਾਡੇ ਬਲਦ ਪਹਿਲਾਂ ਨਿਕਲ ਜਾਣਗੇ। ਇਹ ਵਪਾਰੀਆਂ ਨੂੰ ਸਮਝਾ ਰਿਹਾ ਕਿੱਥੇ ਜਾਣਾ ਅਸੀਂ, ਉਸ ਤੋਂ ਬਾਅਦ ਅਸੀਂ ਬਾਹਰ ਇਹਦੇ ਮਗਰ ਨਿਕਲਾਂਗੇ। ਪੰਮਾ ਚਲਿਆ ਗਿਆ ਹੈ। ਉਸ ਤੋਂ ਬਾਅਦ ਸਿੰਘਾਂ ਨੇ ਪਾਤਸ਼ਾਹ ਦੱਸੇ ਮੁਤਾਬਕ ਉਹਨਾਂ ਬੋਰੀਆਂ ਵਿੱਚ ਇਹ ਕਵਾੜ ਭਰਨਾ ਸ਼ੁਰੂ ਕੀਤਾ ਜੀ। ਰਿੰਦ ਚੰਡਾਲ ਚ ਮਾਰਨ ਪ੍ਰੀਰੇ ਵਿਸ਼ਟਾ ਅਸਤ ਪਰੰਤ ਕਨੇਰੇ। ਬਸ ਗੱਲ ਮੁਕਾਓ ਕਿ ਜੋ ਕਿਲੇ ਵਿੱਚ ਕਵਾੜਖਾਨਾ ਪਿਆ ਸੀ ਉਹ ਸਾਰਾ ਇਹਨਾਂ ਬਲਦਾਂ ਦੇ ਉੱਤੇ ਭਰ ਦਿੱਤਾ ਹੈ। ਉਨ ਕੋਰਨ ਕੀ ਨੀਂਦ ਪਰਾਏ ਸੂਕੇ ਗੀਲ ਚਰਮ ਸਮਦਾਏ। ਫਿਰ ਘੋੜਿਆਂ ਦਾ ਚਮੜਾ, ਘੋੜਿਆਂ ਦੀਆਂ ਹੱਡੀਆਂ ਪੁਰਾਣੀਆਂ, ਘੋੜਿਆਂ ਦੀ ਕੀਤੀ ਹੋਈ ਲਿੱਦ ਉਹ ਵੀ ਉਹਨਾਂ ਦੇ ਵਿੱਚ ਭਰ ਦਿੱਤੀ ਹੈ। ਜਿਨ ਤੇ ਬਹੁ ਗਿਲਾਨ ਦੁਰਗੰਧਾ ਐਸੋ ਮਾਸ ਪਾਈ ਤੇ ਬੰਦਾ। ਹੁਣ ਅੰਦਰ ਪਏ ਪਏ ਘੋੜਿਆਂ ਦੇ ਜਿਹੜੇ ਚਮੜੇ ਉਹਨਾਂ ਚੋਂ ਬਦਬੂ ਵੀ ਆਉਂਦੀ ਹੋਣੀ, ਕਿਉਂਕਿ ਕਈ ਮਹੀਨੇ ਇਹ ਬੰਦ ਰਿਹਾ ਕਿਲੇ ਦੇ ਵਿੱਚ, ਘੇਰਾ ਪਿਆ ਰਿਹਾ, ਬਾਹਰ ਨਿਕਲ ਦਿੱਤਾ। ਕਈ ਘੋੜੇ ਕਮਜ਼ੋਰੀ ਕਰਕੇ ਮਰ ਵੀ ਗਏ ਜਿਨ੍ਹਾਂ ਚੋਂ ਬਦਬੂ ਆਉਂਦੀ ਸੀ। ਕਹਿੰਦੇ ਉਹ ਘੋੜਿਆਂ ਦਾ ਮਾਸ ਵੀ ਚਮਿਆਰਾਂ ਤੋਂ ਵੱਢ ਕੇ ਕਟਾ ਕੇ ਉਹਨਾਂ ਬੋਰਿਆਂ ਵਿੱਚ ਫਿੱਟ ਕਰ ਦਿੱਤਾ ਜੀ। ਜਿਸ ਕੇ ਚੂਏ ਧਰਮ ਹੋਏ ਹਾਨੀ ਐਸੇ ਪਰ ਪਰ ਗੁਣ ਮਾਨੀ। ਸਤਿਗੁਰਾਂ ਨੇ ਉਹ ਸਮਾਨ ਪਾਤਾ ਜਿਹਨੂੰ ਹੱਥ ਲਾਇਆ ਬੰਦੇ ਦਾ ਧਰਮ ਖਰਾਬ ਹੋ ਜੇ। ਤੁਸੀਂ ਤਾਂ ਮਰਗ ਦੇ ਮਗਰ ਜਾਂਦੇ ਹੋ, ਆ ਕੇ ਨਹਾਉਣੇ ਹੋ, ਕੱਪੜੇ ਬਦਲਦੇ ਹੋ। ਪਾਤਸ਼ਾਹ ਨੇ ਐਦਾਂ ਦਾ ਉਹ ਮਾਲ ਉਹਨਾਂ ਦੇ ਵਿੱਚ ਭਰਤਾ ਵੀ ਜਦ ਇਹਨਾਂ ਦੇ ਹੱਥ ਲੱਗਣਗੇ ਨਾ ਇਹ ਥੂ ਥੂ ਕਰਨਗੇ। ਕਹੋ ਸਤਿਨਾਮ। ਉਧਰੋਂ ਤੁਰਕ, ਕਿਉਂਕਿ ਇਹਨਾਂ ਲੁੱਟਣਾ ਲਾਜ਼ਮੀ ਆ। ਇਹਨਾਂ ਨੇ ਸਣੇ ਬਲ ਦੀ ਲੁੱਟ ਕੇ ਲੈ ਜਾਣਾ ਤੇ ਆਪਦੇ ਘਰਾਂ ਵਿੱਚ ਵਾੜ ਲੈਣਾ ਵੀ ਘਰੇ ਜਾ ਖੋਲਾਂਗੇ ਵਿੱਚ ਕੀ ਆ। ਇਸ ਕਰਕੇ ਪਾਤਸ਼ਾਹ ਕਹਿੰਦੇ ਐਦਾਂ ਦਾ ਮਾਲ ਭਰ ਦਿਓ। ਇਹ ਆਪਣੇ ਧਰਮ ਦੀ ਹਾਨੀ ਕਰਦੇ ਆ, ਪਰਮੇਸ਼ਰ ਇਹਨਾਂ ਦੀ ਹਾਨੀ ਕਰੇਗਾ। 5000 ਗੁਣ ਪਰਵਾਈ ਬਿਨ ਦੇਖੇ ਤੇ ਸਰਬ ਸਿਵਾਈ। ਔਰ ਉਹਨਾਂ ਗੋਨਾਂ ਨੂੰ ਉੱਤੋਂ ਰੱਸੀ ਨਾਲ ਐ ਸਿਉਂ ਦਿੱਤਾ। ਉੱਤੇ ਰੱਸੀ ਬਣੀ ਹੁੰਦੀ ਆ, ਕੁੰਡੇ ਬਣੇ ਹੁੰਦੇ ਆ, ਫਿਰ ਇੱਕ ਮੋਟੀ ਰੱਸੀ ਲੈ ਕੇ ਉੱਤੋਂ ਐਂ ਬੰਦ ਕਰਤਾ, ਉੱਤੇ ਕੱਪੜੇ ਪਾ ਦਿੱਤੇ ਤਾਂ ਕਿ ਜਲਦੀ ਕੋਈ ਉਸ ਨੂੰ ਦੇਖ ਨਾ ਸਕੇ। ਚੰਗੀ ਤਰ੍ਹਾਂ ਉਸ ਨੂੰ ਉੱਤੋਂ ਬੰਦ ਕਰ ਦਿੱਤਾ ਹੈ ਜੀ। ਈਸਾ ਭਰੀ ਲਗ ਕੀ ਨਸ ਤਿਆਰੀ ਲਾਦੋ ਆਗਿਆ ਗੁਰੂ ਚਾਰੀ। ਔਰ ਪਾਤਸ਼ਾਹ ਜੀ ਨੇ ਉਹ ਭਰੀਆਂ ਹੋਈਆਂ ਗੋਨਾਂ ਬਲਦਾਂ ਉੱਤੇ ਦਿਨ ਛਿਪਦੇ ਦੇ ਨਾਲ ਲੱਦਣੀਆਂ ਸ਼ੁਰੂ ਕੀਤੀਆਂ ਜੀ। ਮਹਿਰ ਸਬਰ ਡਿਗ ਲਿਖੇ ਪਠਾਏ ਅਬ ਜਾਤਾ ਨਿਕਲ ਸਿਧਾਈ। ਔਰ ਜਾਣ ਬੁੱਝ ਕੇ ਦਿਨ ਛਿਪਾ ਲਿਆ ਪਾਤਸ਼ਾਹ ਨੇ, ਦਿਨ ਛਿਪ ਗਿਆ। ਔਰ ਬਾਹਰ ਸੁਨੇਹਾ ਭੇਜਿਆ ਪੰਮੇ ਵਜ਼ੀਰ ਵਰਗਿਆਂ ਨੂੰ, ਤੁਰਕਾਂ ਦੇ ਬੰਦਿਆਂ ਨੂੰ, ਪਹਾੜੀਆਂ ਦੇ ਬੰਦਿਆਂ ਨੂੰ ਵੀ ਅਸੀਂ ਖਜ਼ਾਨਾ ਲੱਦ ਲਿਆ, ਹੁਣ ਅਸੀਂ ਨਿਕਲਣ ਲੱਗੇ ਆ ਇੱਥੋਂ। ਸੁਧ ਤੈ ਪਸਰੀ ਆਪਣ ਬਿਰਾਨੇ ਚੋਰ ਦੁਰਗ ਪ੍ਰਭ ਚਲੀ ਪਿਆਨੇ। ਔਰ ਖਬਰ ਬਾਹਰ ਖਿੰਡ ਗਈ ਹੈ, ਸਾਰੇ ਫੈਲ ਗਈ ਹੈ ਵੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਾਤਸ਼ਾਹ ਅੱਜ ਆਨੰਦਪੁਰ ਨੂੰ ਛੱਡ ਚੱਲੇ ਹਨ। ਪ੍ਰਥਮ ਖਜ਼ਾਨਾ ਕਰੇ ਨਿਕਾਰਨਾ ਬੌਰ ਗੁਰੂ ਕਰ ਕੂਚ ਪਧਾਰਨਾ। ਔਰ ਪਹਿਲਾਂ ਉਹਨਾਂ ਨੇ ਆਪਣਾ ਖਜ਼ਾਨਾ ਬਲਦਾਂ ਉੱਤੇ ਲੱਦਿਆ, ਉਹ ਕੱਢਣਗੇ ਤੇ ਮਗਰੋਂ ਗੁਰੂ ਸਾਹਿਬ ਕਿਲਾ ਛੱਡਣਗੇ। ਅੰਤਰ ਸਬਨ ਸੁਨੀਏ ਬਾਤ ਲਸ਼ਕਰ ਸਗਰੇ ਮੈਂ ਵਿਖਿਆਤ। ਹੁਣ ਅੰਦਰ ਤਾਂ ਸਿੰਘਾਂ ਨੂੰ ਪਤਾ ਹੀ ਸੀਗਾ ਤੇ ਬਾਹਰਲੇ ਲਸ਼ਕਰ ਵਿੱਚ ਵੀ ਗੱਲ ਫੈਲ ਗਈ ਭਾਈ ਪਹਿਲਾਂ ਗੁਰੂ ਸਾਹਿਬ ਖਜ਼ਾਨਾ ਕੱਢਣਗੇ, ਕਿਉਂਕਿ ਇਹਨਾਂ ਨੂੰ ਇਉਂ ਸੀਗਾ ਵੀ ਗੁਰੂ ਸਾਹਿਬ ਦੇ ਕੋਲੇ ਚੜਾਵਾ ਬੜਾ ਆਉਂਦਾ, ਮਾਲ ਬਹੁਤ ਆਉਂਦਾ, ਪਤਾ ਨਹੀਂ ਹੀਰੇ ਜਵਾਹਰਾਤ ਸੋਨਾ ਚਾਂਦੀ ਇਹਨਾਂ ਬਲਦਾਂ ਉੱਤੇ ਲੱਦ ਲਿਆ ਹੋਣਾ ਇਹਨਾਂ ਨੇ। ਤਾਂ ਉਹਨਾਂ ਤੁਰਕਾਂ ਨੂੰ, ਪਹਾੜੀਆਂ ਨੂੰ ਵੀ ਪਤਾ ਲੱਗਿਆ ਹੈ ਜੀ। ਨਿਰਪਤ ਰਾਜੇ ਜਿਤ ਕਰਾਨੇ ਉਰ ਹਰ ਖੀਰਨ ਮਿਟਿਓ ਮਹਾਨੇ। ਹੁਣ ਪਹਾੜੀ ਰਾਜੇ, ਸੂਬੇਦਾਰ, ਤੁਰਕਾਂ ਦੇ ਰਾਜੇ ਇਹ ਸਾਰੇ ਖੁਸ਼ ਹਨ ਬਈ ਸ਼ੁਕਰ ਹੈ ਇਹ ਨਿਕਲ ਜਾਣਗੇ, ਖਹਿੜਾ ਛੁੱਟੂਗਾ, ਅਸੀਂ ਵੀ ਆਪਣੇ ਘਰਾਂ ਨੂੰ ਜਾਈਏ। ਜੀਰ ਦਸਤ ਖਵਾਜਾ ਰੋਬ ਜੀਦਾ ਬਹਿਰ ਗੁਰੂ ਕੀ ਲਖੀ ਰਸੀਦ। ਔਰ ਜ਼ਬਰਦਸਤ ਅਤੇ ਖਵਾਜਾ ਮਰਦੂਦ ਅਤੇ ਵਜੀਦ ਖਾਨ ਇਹ ਤਿੰਨੇ ਜਰਨੈਲ ਹਨ। ਇਹਨਾਂ ਨੇ ਗੁਰੂ ਜੀ ਦੇ ਬਾਹਰ ਨਿਕਲਣ ਦੀ ਗੱਲ ਜਾਣੀ ਆ। ਇਹਦੇ ਮੁਦਤ ਪੈ ਸ਼ੋਕ ਮਿਟਾਏ ਕ੍ਰਿਕ ਮੁਰਝਾਏ ਮਨੋ ਜਲ ਪਾਏ। ਔਰ ਇਹ ਸਾਰੇ ਇੰਨੇ ਖੁਸ਼ ਹੋ ਗਏ ਜਿਵੇਂ ਸੁੱਕਦੀ ਖੇਤੀ ਨੂੰ ਪਾਣੀ ਮਿਲ ਗਿਆ ਹੋਵੇ,
ਖੁਸ਼ੀ ਹੋਈ ਵੀ ਚੱਲ ਸ਼ੁਕਰ ਹੈ ਯਾਰ ਖਹਿੜਾ ਛੁੱਟੂਗਾ। ਕੋਟਵਾਲ ਗੁਰ ਕੇ ਡਿੱਗ ਗਿਓ, ਹੱਥ ਜੋੜ ਪਨ ਭਾਖਤ ਪਿਓ। ਔਰ ਬਾਹਰੋਂ ਕੋਤਵਾਲ ਗੁਰੂ ਸਾਹਿਬ ਦੇ ਕੋਲ ਆਇਆ ਹੈ। ਰਾਤ ਅੰਧੇਰੀ ਤਿਮਰ ਬਹਾਨਾ, ਮਗਨ ਸੂਝੇ ਆਵਨ ਜਾਨਾ। ਔਰ ਕਹਿਣ ਲੱਗਿਆ ਕੋਤਵਾਲ ਮਹਾਰਾਜ ਹਨੇਰਾ ਬਹੁਤ ਹੈ ਤੇ ਰਸਤਾ ਦਿਸਣਾ ਨਹੀਂ, ਫਿਰ ਕਿਵੇਂ ਕਰਾਂਗੇ? ਨਹੀਂ ਤੇਲ ਜੇ ਜਲੇ ਮਸਾਲਾ, ਜਲਤੇ ਹੋਏ ਪ੍ਰਕਾਸ਼ ਵਿਸਾਲਾ। ਤੇਲ ਵੀ ਹੈ ਨਹੀਂ ਆਪਣੇ ਕੋਲੇ, ਨਹੀਂ ਤਾਂ ਮਸਾਲਾ ਜਗਾ ਕੇ ਤੇ ਬਲਦਾਂ ਦੇ ਬੋਰਿਆਂ ਦੇ ਉੱਤੇ ਫਿੱਟ ਕਰ ਦਿੰਦੇ। ਕਿਵੇਂ ਕਰੀਏ? ਲਾਈਟ ਦਾ ਕੀ ਇੰਤਜ਼ਾਮ ਕਰੀਏ? ਜੇ ਮਾਇਸ ਹੋਏ ਬਨੇ ਉਪਾਏ, ਸੁਣ ਕੇ ਸ੍ਰੀ ਗੋਬਿੰਦ ਸਿੰਘ ਰਾਏ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕੀਤੀ ਆ ਕੋਤਵਾਲ ਨੇ, ਭਾਵ ਇਹ ਮੁਖੀ ਹੈ, ਇਹਨਾਂ ਬਲਦਾਂ ਦੇ ਨਾਲ ਜਾਣਾ ਉਸਨੇ ਜਿਨ੍ਹਾਂ ਬਲਦਾਂ ਉੱਤੇ ਖਜ਼ਾਨਾ ਲੱਦਿਆ ਸਤਿਗੁਰਾਂ ਨੇ। ਔਰ ਕਹਿੰਦਾ ਜੀ ਕਿ ਹਨੇਰੇ ਵਿੱਚ ਪਤਾ ਨਹੀਂ ਲੱਗਣਾ, ਰਸਤਾ ਨਹੀਂ ਦਿਸਣਾ, ਹੁਣ ਕੀ ਕਰੀਏ? ਆਪਨ ਹੱਥ ਤੇ ਬਰਛਾ ਦੀਨਾ, ਲਿਓ ਕੂਪ ਡਿੱਗ ਜਾਓ ਪ੍ਰਵੀਨਾ। ਬਾਦਸ਼ਾਹ ਕਹਿੰਦੇ ਉਹ ਸਿਆਣੇ ਸਿੱਖਾ, ਉਹ ਖੂਹ ਕੋਲੇ ਜਾ, ਆ ਬਰਸ਼ੀ ਲੈ ਕੇ ਇਹੋ ਪਰ ਕਮਰ ਧਰ ਦੀਜੈ, ਇੱਕ ਦਿਸ਼ ਤੇਲ ਨਿਕਾਸ਼ਨ ਕੀਜੈ। ਔਰ ਉਹਦੇ ਉੱਤੇ ਇਹ ਬਰਸ਼ਾ ਰੱਖ ਦੇ ਤੇ ਇੱਕ ਪਾਸਿਓਂ ਬਰਸ਼ੇ ਦੇ ਜਦ ਤੂੰ ਵਗਾਏਗਾ ਨਾ, ਥੱਲਿਓਂ ਪਾਣੀ ਨਹੀਂ ਤੇਲ ਨਿਕਲੂਗਾ। ਦੂਸਰ ਦਿਸ਼ਾ ਰਹੇ ਜਲ ਤੈਸੇ, ਖਾਨ ਪਾਣੀ ਤਲੀਜੇ ਵੈਸੇ। ਐਂ ਧਰ ਦੇ ਬਰਸ਼ਾ ਵਿਚਾਲੇ ਖੂਹ ਦੇ, ਇੱਕ ਪਾਸੇ ਤੇਲ ਹੋਊਗਾ, ਦੂਜੇ ਪਾਸੇ ਪਾਣੀ ਹੋਊਗਾ। ਉਹ ਤੇਲ ਕੱਢ ਕੇ ਮਸ਼ਾਲਾਂ 'ਚ ਪਾ ਲਓ। ਆਏ ਫਿਰ ਕਬ ਜੋ 5000, 10000 ਤੈ ਸੀਗ ਵਿਚਾਰ। 5000 ਬਲਦ ਹੈ ਤੇ 10000 ਇਹਨਾਂ ਦੇ ਸਿੰਘ ਹੋ ਗਏ। ਸਾਪਰ ਦਿਓ ਮਸਾਲ ਬਦਵਾਏ, ਤੇਲ ਕੂਪ ਤੇ ਲਿਓ ਨਿਕਸਾਏ। ਤੋ ਉਹ ਮਸਾਲਾ ਇਹਨਾਂ ਦੇ ਸਿੰਘਾਂ ਤੇ ਬੰਨ੍ਹ ਦਿਓ। ਪਹਿਲਾਂ ਮਿੱਟੀ ਦੀਆਂ ਬਣਿਆ ਕਰਦੀਆਂ ਸੀਗੀਆਂ, ਅੱਜ ਵੀ ਬਣਦੀਆਂ, ਦੀਵਾਲੀ ਵੇਲੇ ਲੋਕ ਵਰਤਦੇ ਆ। ਤਾਂ ਉਹ ਮਸਾਲਾ ਇਹਨਾਂ ਬਲਦਾਂ ਦੇ ਸਿੰਘਾਂ ਦੇ ਉੱਤੇ ਦੋ ਦੋ ਮਸਾਲਾ ਬੰਨ੍ਹ ਦਿਓ ਤੇ ਉਹਨਾਂ ਵਿੱਚ ਪਾ ਕੇ ਸਮਾਨ ਵਿੱਚ ਬੜੇਵੇਂ ਪਾ ਦਿਓ, ਕੋਈ ਹੋਰ ਮੱਚਣ ਵਾਲੀ ਚੀਜ਼ ਪਾ ਦਿਓ, ਜੋ ਵੀ ਉੱਥੇ ਮਿਲਦਾ ਵਿੱਚ ਥੋੜ੍ਹਾ ਤੇਲ ਪਾ ਦਿਓ ਤੇ ਉਹਦੇ ਨਾਲ ਲਾਈਟ ਹੋ ਜਾਵੇਗੀ। ਏ ਗੁਰ ਕਰਤੇ ਤੋ ਮਰਿਆਏ, ਧਰੇ ਕੂਪ ਪਰ ਕਾਟਨ ਲਾਏ। ਜੋ ਵੀ ਉਹਨਾਂ ਕੋਲੇ ਸੀਗਾ ਵਿੱਚ ਪਾਉਣ ਵਾਸਤੇ ਮਸਾਲਾਂ ਦੀ, ਉਹ ਪਾਇਆ ਤੇ ਪਾਤਸ਼ਾਹ ਦਾ ਹੁਕਮ ਮੰਨ ਕੇ ਬਰਸ਼ੀ ਖੂਹ ਤੇ ਰੱਖੀ ਆ। ਤੇ ਖੂਹ ਦੇ ਜਦੋਂ ਇੱਕ ਪਾਸੇ ਇਹਨਾਂ ਨੇ ਡੋਲਾ ਵਗਾਇਆ, ਬਾਲਟੀ ਵਗਾਈ ਆ, ਬਾਹਰ ਕੱਢੀ ਤੇ ਉਹ ਜਿਹੜਾ ਜਲ ਨਿਕਲਿਆ ਉਹ ਵਾਕਿਆ ਹੀ ਤੇਲ ਬਣ ਗਿਆ, ਉਹਨੂੰ ਅੱਗ ਲੱਗਦੀ ਸੀ। ਦੇਖਤ ਬਿਸਮੈ ਹੋਏ ਕਰ ਸਾਰੇ, ਬੰਦ ਮਸਾਲਣ ਸਕਰੇ ਡਾਰੇ। ਹੈਰਾਨ ਹੋ ਗਏ ਯਾਰ, ਆ ਕਈ ਵਾਰੀ ਗੱਲਾਂ ਆਉਂਦੀਆਂ ਨਾ, ਫਲਾਣੇ ਬਾਬੇ ਨੇ ਪਾਣੀ ਵਾਲੇ ਦੀਵੇ ਮਚਾਤੇ ਤੇ ਸਤਿਗੁਰ ਨੇ ਖੂਹ ਵਿੱਚ ਅੱਧੇ 'ਚ ਤੇਲ ਤੇ ਅੱਧੇ 'ਚ ਪਾਣੀ ਬਣਾਤਾ। ਕੋ ਸਤਨਾਮ। ਗੁਰੂ ਕੁਛ ਵੀ ਕਰ ਸਕਦਾ, ਪਰ ਉਹਨਾਂ ਸਿੰਘਾਂ ਨੇ ਕਿਹਾ ਵੀ ਆਪਾਂ ਨਿਕਲਣਾ ਮਹਾਰਾਜ, ਆਪਾਂ ਨਹੀਂ ਇੱਥੇ ਰਹਿਣਾ, ਆਪਾਂ ਨੂੰ ਹੁਣ ਸਮਾਂ ਮਿਲਿਆ। ਇਹ ਕਹਿੰਦੇ ਨਿਕਲ ਜੋ, ਆਪਾਂ ਨਿਕਲ ਚੱਲੀਏ। ਗੁਰੂ ਸਾਹਿਬ ਤਜਰਬਾ ਦਿਖਾਉਂਦੇ ਆ। ਤਾਂ ਇਹਨਾਂ ਨੇ ਗੁਰੂ ਪਿਆਰਿਓ ਉਹਨਾਂ ਬਲਦਾਂ ਦੇ ਸਿੰਘਾਂ ਉੱਤੇ ਮਸਾਲਾ ਬੰਨ੍ਹ ਦਿੱਤੀਆਂ ਔਰ ਵਿੱਚ ਤੇਲ ਪਾ ਕੇ ਉਹਨਾਂ ਨੂੰ ਚਲਾ ਦਿੱਤਾ ਹੈ ਜੀ। ਲੋਕ ਸੈਕਰੇ ਲਗੇ ਸੁਧਾਰਨਾ, ਕਈ ਮਸਾਲਣਾ ਤਤ ਸਿਰ ਜਾਰਨਾ। ਔਰ ਇਸ ਤਰ੍ਹਾਂ ਸੈਂਕੜੇ ਅੰਦਰਲੇ ਸਿੰਘਾਂ ਨੇ ਸਾਰੇ ਬਲਦਾਂ ਦੇ ਉੱਤੇ ਜਿਹੜੀਆਂ ਹੈ ਇਹ ਮਸਾਲਾ ਫਿੱਟ ਕਰ ਦਿੱਤੀਆਂ। ਔਰ ਤੇਲ ਕੱਢਣ ਤੋਂ ਬਾਅਦ ਖੂਹ 'ਚੋਂ ਹੈਰਾਨ ਹੋਏ, ਕਹਿੰਦੇ ਇੱਕ ਪਾਸੇ ਪਾਣੀ ਰਹੂਗਾ ਵਰਤਣ ਵਾਸਤੇ, ਇੱਕ ਪਾਸੇ ਤੇਲ ਬਣ ਜਾਊਗਾ। ਤਾਂ ਉਸ ਵੇਲੇ ਗੁਰੂ ਪਿਆਰਿਓ ਸਾਰੇ ਸਿੰਘ ਬੜੇ ਹੈਰਾਨ ਹੋਏ ਔਰ ਬਲਦਾਂ ਦੇ ਸਿੰਘਾਂ ਤੇ ਮਸਾਲਾ ਫਿੱਟ ਕਰ ਦਿੱਤੀਆਂ ਜੀ। ਹੁਕਮ ਗੁਰੂ ਕੋ ਬਿਨਮ ਪਾਇਓ, ਖੀਨ ਖਾਬ ਜੇ ਤੱਕ ਬਚ ਗਿਓ। ਔਰ ਖੀਨ ਖਾਬ ਕੀ ਹੈ? ਦੁਸ਼ਾਲੇ। ਗੁਰੂ ਸਾਹਿਬ ਦੇ ਕੋਲ ਜਿਹੜੇ ਦੁਸ਼ਾਲੇ ਕੁਝ ਬਚੇ ਸਨ। ਤਵੈਦਾ ਗੱਜ ਗੁਨਨ ਪਰ ਡਾਰੇ, ਤਿਮਹੀ ਤਤ ਛਿਨ ਤਿਨ ਪਰ ਧਾਰੇ। ਔਰ ਦੋ ਦੋ ਗਾਜ ਦੇ ਟੋਟੇ ਵੱਢ ਕੇ ਉਹਨਾਂ ਦੁਸ਼ਾਲਿਆਂ ਦੇ ਨਾਲੋਂ ਦੋ ਦੋ ਪੀਸ ਕਰਕੇ, ਜਾਂ ਖੀਨ ਖਾਫ ਬਹੁਤ ਕੀਮਤੀ ਕੱਪੜਾ ਹੁੰਦਾ ਜਿਹੜਾ ਕਿ ਸੰਗਤਾਂ, ਕਸ਼ਮੀਰ ਦੀਆਂ ਸੰਗਤਾਂ, ਹੋਰ ਦੇਸ਼ਾਂ ਦੀਆਂ ਸੰਗਤਾਂ ਭੇਟ ਕਰਦੀਆਂ ਸੀ ਲਿਆ ਕੇ। ਤਾਂ ਉਹਨਾਂ ਦੇ ਵਿੱਚੋਂ ਸੁੰਦਰ ਦੁਸ਼ਾਲੇ, ਸੁੰਦਰ ਕੱਪੜੇ ਉਹਨਾਂ ਛੱਟਾਂ ਦੇ ਉੱਤੇ, ਗੁੰਨਾਂ ਦੇ ਉੱਤੇ, ਬੋਰਿਆਂ ਉੱਤੇ ਪਾ ਦਿੱਤੇ, ਚੰਗੀ ਤਰ੍ਹਾਂ
ਢੱਕ ਦਿੱਤੇ ਜੀ। 10,000 ਜਬ ਜਰੀ ਮਸਾਲਾ, ਜਿਤ ਕਿਤ ਦੀਪਤ ਪ੍ਰਕਾਸ਼ ਵਿਸਾਲਾ। ਹੁਣ 5000 ਬਲਦ ਦੇ ਸਿੰਘਾਂ ਦੇ ਉੱਤੇ ਮਸਾਲਾ ਤਾਰਿਆਂ ਵਾਂਗੂ ਜਗਣ ਲੱਗੀਆਂ। ਲਸ਼ਕਰ ਪਹਿਰ ਤਿਆਰ ਪਿਕ ਹੋਏ, ਮਨ ਮੇ ਚੈ ਲੂਟਿਓ ਸਭ ਕੋਏ। ਹੁਣ ਜਿਸਨੂੰ ਆਪ ਖੁਆਏ ਕਰਤਾ ਖੁਸ ਲਏ ਚੰਗਿਆਈ। ਹੁਣ ਬਾਹਰ ਜਿਹੜੇ ਸੂਬੇਦਾਰ ਹੈ ਪਹਾੜੀਏ ਹਨ, ਉਹ ਤਾਂ ਸੋਚਦੇ ਆ ਨਿਕਲ ਜਾਣਗੇ, ਪਰ ਲਸ਼ਕਰ ਨੇ ਸੋਚੇ ਵੀ ਐ ਕਿਵੇਂ ਨਿਕਲ ਜਾਣਗੇ, ਖਜ਼ਾਨਾ ਕਿਵੇਂ ਜਾਣ ਦੇ ਦਿਆਂਗੇ, ਖਜ਼ਾਨਾ ਤਾਂ ਲੁੱਟਾਂਗੇ ਇਹਨਾਂ ਤੋਂ। ਇਹ ਨਿਕਲਦੀ ਹੈ ਕਿ ਬਚਦੇ ਆ ਕਿ ਨਹੀਂ ਬਚਦੇ, ਉਹ ਬਾਅਦ ਚ ਦੇਖਾਂਗੇ। ਉਹਨਾਂ ਦਾ ਮਨ ਬੇਈਮਾਨ ਹੋ ਗਿਆ ਜੀ। ਲਾਖੋ ਵੀਰ ਤਿਆਰ ਹੋਏ ਠਾਂਡੇ, ਦੇਖਤ ਦਰਪ ਗੁਰੂ ਅਬ ਕਾਢੇ। ਤਾਂ ਉਹਨਾਂ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਤੁਰਕਾਂ ਦੀ ਫੌਜ, ਪਹਾੜੀਆਂ ਦੀ ਫੌਜ ਤਿਆਰ ਹੋ ਗਈ ਆ। ਵੀ ਜਦੋਂ ਹੀ ਉਹਨਾਂ ਦਾ ਖਜ਼ਾਨਾ ਬਲਦਾਂ ਤੇ ਲੱਦਿਆ ਬਾਹਰ ਆਵੇਗਾ ਤੇ ਅਸੀਂ ਉਹ ਲੁੱਟ ਲੈਣਾ। ਉੱਚੋ ਆਏ ਮੋਰਚਾ ਜੋਈ, ਤਿਸ ਕੇ ਡਿਗ ਡਿਗ ਕੀਨੇ ਸੋਈ। ਔਰ ਜਿਹੜੇ ਉੱਚੇ ਥਾਂ ਤੇ ਮੋਰਚੇ ਸੀਗੇ ਉੱਥੇ ਜਾ ਕੇ ਇਹ ਖੜ ਗਏ ਜੇ। ਸਨੇ ਸਨੇ ਸਭ ਬ੍ਰੇਖਾ ਬਨਿਕਾਰੀ, ਉਪਰ ਤੋਪ ਹੈ ਕੀਨ ਸਤਿਆਰੀ। ਔਰ ਇਸ ਤਰ੍ਹਾਂ ਸਤਿਗੁਰਾਂ ਨੇ ਹੌਲੀ ਹੌਲੀ ਫਿਰ ਬਲਦਾਂ ਨੂੰ ਕਿਲੇ ਵਿੱਚੋਂ ਬਾਹਰ ਕੱਢਣਾ ਕੀਤਾ, ਤੇ ਨਾਲੇ ਜਿੱਥੇ ਉੱਚੇ ਥਾਂ ਤੇ ਤੋਪ ਲਾਈ ਸੀ ਸਤਿਗੁਰਾਂ ਨੇ, ਉੱਥੇ ਤੋਪਾਂ ਵੀ ਫਿੱਟ ਕਰ ਲੀਆਂ। ਜਵਾਲਾ ਬਵਣੀ ਕੇ ਹੱਥ, ਖੜੇ ਕਰੀ ਤੈ ਸਿੰਘ ਗਨਨਾਥ। ਜਿਹੜੀਆਂ ਸਤਿਗੁਰਾਂ ਦੀਆਂ 2 ਤੋਪਾਂ ਸੀ ਬੜੀਆਂ ਭਿਆਨਕ, ਬੜੀਆਂ ਪਿਆਰ ਵਾਲੀਆਂ, ਉਹ ਤੋਪਾਂ ਵੀ ਉੱਥੇ ਫਿੱਟ ਕੀਤੀਆਂ ਹੋਈਆਂ, ਕਿਉਂਕਿ ਜਾਨੀ ਜਾਨ ਸਤਿਗੁਰੂ ਸਭ ਜਾਣਦੇ ਆ। ਔਰ ਸਿੰਘਾਂ ਦੇ ਹੱਥ ਵਿੱਚ ਡੰਡਿਆਂ ਉੱਤੇ ਅੱਗ ਲਾ ਕੇ ਫੜਾਤੀ ਕਿ ਤੋਪ ਜਦੋਂ ਚਲਾਉਣੀ ਹੈ ਇਹ ਵੀ ਤਿਆਰੀ ਕਰ ਲਓ, ਵਿੱਚ ਗੋਲੇ ਪਾ ਕੇ ਰੱਖ ਦਿੱਤੇ ਹਨ। ਆਪ ਆਨੰਦਪੁਰੀ ਚਲ ਬੈਸੇ, ਕਪਟੀ ਹਤੀ ਪਿਕਨ ਕੋ ਤੈਸੇ। ਤੇ ਆਪ ਸਤਿਗੁਰ ਆਨੰਦਪੁਰ ਕਿਲੇ ਦੇ ਉੱਚੇ ਥਾਂ ਤੇ ਜਾ ਕੇ ਬਹਿ ਗਏ ਜਾਂ ਖੜ ਗਏ, ਇਹਨਾਂ ਕਪਟੀਆਂ ਦਾ, ਛਲੀ ਫਰੇਬੀਆਂ ਦਾ ਫਰੇਬ ਵੇਖਣ ਲਈ। ਭਗਤ ਚਾਲੇ ਬ੍ਰਿੰਦ ਲਬਾਨੇ, ਪਸਰਿਓ ਸਭਨ ਪ੍ਰਕਾਸ਼ ਮਾਨੇ। ਤਾਂ ਲੁਬਾਣੇ ਵਪਾਰੀ ਹੁੰਦੇ ਜਿਵੇਂ ਮੱਖਣ ਸ਼ਾਹ ਲੁਬਾਣਾ, ਇਹ ਲੁਬਾਣੇ ਵਪਾਰ ਕਰਿਆ ਕਰਦੇ ਸਨ। ਇਹ ਬਲਦਾਂ ਦੇ ਮਾਲਕ ਹੈ। ਇਹਨਾਂ ਨੇ ਉਹਨਾਂ ਬਲਦਾਂ ਨੂੰ ਬਾਹਰ ਕੱਢਿਆ ਕਿਲੇ ਚੋਂ, ਹੌਲੀ ਹੌਲੀ ਹੱਕਣ ਲੱਗੇ, ਬਾਹਰ ਆਏ ਜੇ। ਰਾਜਨ ਕੀ ਸਿਪਾਹ ਗਨ ਆਈ, ਸਣੇ ਸਣੇ ਦੇਖਤ ਨਿਕਟਾਈ। ਔਰ ਰਾਜਿਆਂ ਦੀ, ਵਜੀਦੇ ਵਰਗਿਆਂ ਦੀ ਜਿਹੜੀ ਫੌਜ ਹੈ ਉਹ ਤਿਆਰ ਸੀ ਲੁੱਟਣ ਵਾਸਤੇ। ਉਹ ਵੀ ਆਪਣੇ ਲਸ਼ਕਰ ਵਿੱਚੋਂ, ਘੇਰੇ ਵਿੱਚੋਂ ਉੱਠ ਕੇ ਗਾਹਾਂ ਆਉਣ ਲੱਗੇ। ਕੀਨ ਖਾਬ ਕੀ ਚਮਕਤ ਜਰੀ, ਜਾਨੀ ਦੌਲਤ ਚਰਜ ਭਰੀ। ਹੁਣ ਜਿਹੜੇ ਉੱਤੇ ਪਾਏ ਆ ਦਿਸ਼ਾਲੇ, ਉਹਨਾਂ ਉੱਤੇ ਜਰੀ ਲੱਗੀ ਹੈ, ਸਿਤਾਰੇ ਲੱਗੇ ਆ, ਤੇ ਮਸ਼ਾਲਾਂ ਦੀ ਲਾਈਟ ਨਾਲ ਉਹ ਚਮਕਦੇ ਆ। ਕੋਈ ਸਤਨਾਮ, ਸ੍ਰੀ ਵਾਹਿਗੁਰੂ। ਉਹ ਚਮਕਦੇ ਆਏ ਜਿਵੇਂ ਸੋਨੇ ਦੀਆਂ ਮੋਹਰਾਂ ਜਾਂ ਚਾਂਦੀ ਚਮਕਦੀ ਹੋਵੇ। ਉਹ ਦਿਸ਼ਾਲਿਆਂ ਉੱਤੇ ਲੱਗੀ ਹੁੰਦੀ ਹੈ ਨਾ, ਕੋਈ ਕਢਾਈ ਕੀਤੀ ਆ, ਕੋਈ ਜਰੀ ਦੀ ਕੀਤੀ ਆ, ਕੋਈ ਉੱਤੇ ਵੱਡੇ ਵੱਡੇ ਸਟਾਰ ਲਾਏ ਹੋਏ ਆ ਚਮਕਣ ਵਾਲੇ, ਸੁਨਹਿਰੀ। ਇਹ ਚੀਜ਼ਾਂ ਚਮਕ ਰਹੀਆਂ ਹਨੇਰੇ ਦੇ ਵਿੱਚ ਮਸ਼ਾਲਾਂ ਦੀ ਲਾਈਟ ਨਾਲ। ਕੰਚਨ ਚਾਂਦੀ ਹੋਏ ਜਵਾਰ, ਪਿਕਿਤ ਵੱਡ ਪਰ ਭਾਉ ਹੀ ਜ਼ਾਹਰ। ਉਹਨਾਂ ਨੂੰ ਦੂਰੋਂ ਐਦਾਂ ਲੱਗਿਆ ਵੀ ਇਹਨਾਂ ਬਲਦਾਂ ਦੇ ਜਿਹੜੀਆਂ ਛੱਠਾਂ ਦੇ ਵਿੱਚ, ਬੋਰਿਆਂ ਦੇ ਵਿੱਚ ਬੜਾ ਖਜ਼ਾਨਾ ਐ, ਲੱਗਦੇ ਜਿਵੇਂ ਹੀਰੇ ਹੁੰਦੇ ਆ ਯਾਰ, ਮੋਹਰਾਂ ਚਮਕਦੀਆਂ, ਚਾਂਦੀ ਦੇ ਰੁਪਈਏ ਚਮਕਦੇ ਆ। ਹਨੇਰਾ ਤਾਂ ਸੀਗਾ ਹੀ, ਹਨੇਰੇ ਦੇ ਵਿੱਚ ਗੁਰੂ ਪਿਆਰੋ ਮਸ਼ਾਲਾਂ ਦੀ ਲਾਈਟ ਦੇ ਨਾਲ ਹੀ ਉਹ ਚਮਕਣ ਲੱਗੇ। ਸੁਨ ਰਾਜਨ ਵੀ ਧਰਮ ਵਿਸਾਰਾ, ਉਮਰਾਵਣ ਇਮਾਨ ਕੋ ਹਾਰਾ। ਔਰ ਪਹਾੜੀ ਰਾਜਿਆਂ ਦਾ ਵੀ ਧਰਮ ਟੁੱਟ ਗਿਆ ਵੀ ਇੰਨਾ ਖਜ਼ਾਨਾ, 5000 ਬਲਦਾਂ ਦੇ ਉੱਤੇ ਕਿੰਨਾ ਖਜ਼ਾਨਾ ਹੋਵੇਗਾ। ਤੇ ਸੂਬੇਦਾਰਾਂ ਦਾ, ਵਜੀਦ ਖਾਨ ਵਰਗਿਆਂ ਦਾ ਵੀ ਧਰਮ ਖਤਮ ਹੋ ਗਿਆ ਜੀ। ਸਪਤ ਮਾਸ ਦੁਖ ਪਾਵਤ ਰਹੇ, ਲਤ ਹਜ਼ਾਰੋ ਮ੍ਰਿਤ ਕੋ ਰਹੇ। 7-8 ਮਹੀਨੇ ਹੋ ਗਏ ਇੱਥੇ ਬੈਠਿਆਂ ਨੂੰ, ਦੁਖੀ ਹੁੰਦਿਆਂ ਨੂੰ। ਓਏ ਹੁਣ ਆ ਖਜ਼ਾਨਾ ਤਾਂ ਲੁੱਟ ਲਓ, ਕੋ ਸਤਨਾਮ, ਕੁਛ ਤਾਂ ਘਰੇ ਲੈ ਕੇ ਜਾਈਏ। ਇੱਥੇ ਭੁੱਖੇ ਮਰਦਿਆਂ ਨੂੰ 7 ਮਹੀਨੇ ਹੋ ਗਏ ਹਨ। ਦਰਬ ਕਰੋੜੋ ਵਿੱਚ ਤੀ ਚਾਲਾ, ਜਿਸ ਤੇ ਤ੍ਰਿਪਤੀ ਸੈਨ ਵਿਸਾਲਾ। ਸਾਡੇ ਕੋਲ ਦੀ ਗੁਰੂ ਇਹ ਕਰੋੜਾਂ ਰੁਪਈਆਂ ਦਾ ਖਜ਼ਾਨਾ ਲੈ ਕੇ ਲੰਘ ਜਾਵੇਗਾ, ਕਿਉਂ ਨਾ ਇਹ ਲੁੱਟ ਕੇ ਆਪਣੀ ਫੌਜ ਨੂੰ ਦੇ ਦੇਵਾਂਗੇ, ਸਾਡੀ ਫੌਜ ਰੱਜ ਜਾਵੇਗੀ। ਖਾਲੀ ਦੁਰਗ ਰਹੇ ਕਿਆ ਲੈ, ਚੜੇ ਗੁਰੂ ਕਿਸ ਦੇਸ਼ ਸਿਧੇ ਹੈ। ਇਹ ਗੁਰੂ ਇਹ ਖਜ਼ਾਨਾ ਲੈ ਕੇ ਪਤਾ ਨਹੀਂ ਕਿੱਧਰ ਨੂੰ ਜਾਵੇਗਾ, ਮੁੜ ਕੇ ਖਾਲੀ ਕਿਲੇ ਦਾ ਆਪਾਂ ਕੀ ਕਰਨਾ।
7 ਮਹੀਨੇ ਹੋ ਗਏ ਤੇ ਬੈਠਿਆਂ ਨੂੰ ਕੁਛ ਤਾਂ ਪੱਲੇ ਪਵੇ। ਇਹਨਾਂ ਤੋਂ ਬਲਦ ਹੀ ਖੋਲੋ ਲੱਦੇ ਹੋਏ। ਵਧਿਓ ਲੋਭ ਮਨ ਵਿਖੇ ਕਨੇਰਾ, ਧਰਮੇ ਮਾਨ ਹਤਿਓ ਤਿਸ ਬੇਰਾ। ਔਰ ਲੋਭ ਹੈ ਜਿਹੜਾ, ਲਾਲਚ ਹੈ ਜਿਹੜਾ, ਇਹ ਗੁਰੂ ਪਿਆਰੋ ਬੰਦੇ ਦਾ ਧਰਮ ਜਿਹੜਾ ਉਹ ਖਤਮ ਕਰਨ ਦਾ। ਲੋਭ ਲਾਲਚ ਵਿੱਚ ਆਇਆ ਬੰਦਾ ਕੁਛ ਨਹੀਂ ਵੇਖਦਾ। ਜਦੋਂ ਇਹਨਾਂ ਪੰਜਾਂ ਵਿਕਾਰਾਂ ਦਾ ਸਾਡੀ ਬੁੱਧੀ ਉੱਤੇ ਅਸਰ ਪੈਂਦਾ ਹੈ, ਮਾਇਆ ਦਾ ਪ੍ਰਭਾਵ ਪੈਂਦਾ ਹੈ, ਕਾਮ ਵਾਸ਼ਨਾ ਦਾ ਕਿਸੇ ਦੀਆਂ ਚੀਕਾਂ ਨਹੀਂ ਸੁਣਦੀਆਂ, ਕ੍ਰੋਧ ਵਿੱਚ ਕਿਸੇ ਦੇ ਦੁੱਖ ਨਹੀਂ ਸੁਣਦੇ, ਹੰਕਾਰ ਵਿੱਚ ਕਿਸੇ ਦਾ ਦੁੱਖ ਨਹੀਂ ਸੁਣਦਾ, ਲੋਭ ਲਾਲਚ ਵਿੱਚ ਆਪਣਾ ਵੀ ਪਰਾਇਆ ਦਿਸਦਾ, ਬਸ ਕੇਵਲ ਮਾਇਆ ਦਿਸਦੀ ਆ। ਇਸੇ ਤਰ੍ਹਾਂ ਇਹਨਾਂ ਨੂੰ ਜਿਹੜੀਆਂ ਸੌਹਾਂ ਪਾਈਆਂ ਸੀਗੀਆਂ ਕੁਰਾਨ ਦੀਆਂ ਤੇ ਗਊ ਦੀਆਂ ਆਦਿ ਆਪਣੇ ਧਰਮਾਂ ਦੀਆਂ, ਉਹ ਸਭ ਛਿੱਕੇ ਟੰਗ ਦਿੱਤੀਆਂ ਜੀ। ਸ਼ਿਵ ਠਾਕੁਰ ਹਰਿ ਕਸਮ ਕੁਰਾਨਾ, ਵਿਆਪਿਓ ਲੋਭ ਦਿਓ ਕਰਾਨਾ। ਉਹ ਲਾਲਚ ਨੇ ਇਹਨਾਂ ਨੂੰ ਧਰਮੀ ਤੋਂ ਅਧਰਮੀ ਬਣਾ ਦਿੱਤਾ ਹੈ। ਹਰੀ ਪਹਾੜੀ ਪੂਰਬ ਆਏ, ਪਿਓ ਰੋਰ ਦਈ ਲੂਟ ਮਚਾਏ। ਔਰ ਪਹਾੜੀਆਂ ਨੇ ਆ ਕੇ ਬਲਦ ਖੋਹਣੇ ਸ਼ੁਰੂ ਕਰਤੇ ਵਣਜਾਰਿਆਂ ਕੋਲੋਂ, ਵੀ ਐਂ ਲੱਦੇ ਲਦਾਏ ਬਲਦ ਘਰੇ ਲੈ ਜਾਾਂਗੇ, ਘਰੇ ਜਾ ਕੇ ਖੋਲਾਂਗੇ ਕੀ ਹੈ ਇਹਨਾਂ ਵਿੱਚ, ਕਿਉਂਕਿ ਉੱਤੋਂ ਸਿਉਂ ਵੀ ਦਿੱਤੇ ਸਮਾਰ ਕੇ ਰੱਸੀਆਂ ਨਾਲ। ਇਸ ਕਰਕੇ ਪਹਾੜੀਏ ਆਏ, ਪਹਿਲਾਂ ਰੌਲਾ ਪਾ ਗਿਆ ਜੀ। ਮਿਲ ਮਿਲ ਨਰ 10 20 ਕੀ 40, ਬ੍ਰਿਖ ਬਸੇਤ ਸਭ ਗੁਣ ਸੰਭਾਲੀ। ਔਰ ਕਿਧਰੇ 5 ਪੈ ਗਏ, ਕਿਧਰੇ 10 ਪੈ ਗਏ, ਕਿਸੇ ਨੇ 20 ਪੈ ਗਏ, ਤੇ ਉਹ ਬਲਦ ਸਮੇਤ ਖੁਰਜੀਆਂ ਦੇ ਸਮੇਤ ਬੋਰਿਆਂ ਦੇ ਵਣਜਾਰਿਆਂ ਦੇ ਹੱਥੋਂ ਉਹਨਾਂ ਦੇ ਰੱਸੇ ਖੋਹੇ ਤੇ ਲੈ ਗਏ ਜੀ। ਤਿਨ ਪਰ 60 ਕੇ 100 ਮਿਲ ਆਏ, ਕਰ ਬਲ ਬਾਹਨ ਛੀਨਤ ਜਾਏ। ਉਹ ਧੱਕੇ ਦੇ ਨਾਲ ਉਹਨਾਂ ਵਣਜਾਰਿਆਂ ਕੋਲੋਂ ਬਲਦ ਖੋਹ ਲਏ। ਸੋਨੇ ਦੇਤ ਲੜਨ ਜੜ ਲਾਗੇ, ਸ਼ਾਸਤਰ ਪਰੇ ਚਲ ਕੇ ਤਕ ਭਾਗੇ। ਵਣਜਾਰਿਆਂ ਨੇ ਧੱਕਾ ਕੀਤਾ ਵੀ ਨਹੀਂ ਅਸੀਂ ਨਹੀਂ ਦੇਣਗੇ, ਗੁਰੂ ਕਾ ਸਮਾਨ ਹੈ, ਚ ਕਹਿੰਦੇ ਅਸੀਂ ਖੋਵਾਂਗੇ, ਜਾਂ ਤੂੰ ਪਰੇ ਹਟ, ਤੂੰ ਕੀ ਲੱਗਦਾ ਇਹਦਾ। ਐਦਾਂ ਕਰਦਿਆਂ ਲੜਦਿਆਂ ਉਹਨਾਂ ਨੇ ਵਣਜਾਰਿਆਂ ਨੂੰ ਪਰੇ ਕੀਤਾ ਤੇ ਬਲਦ ਲੱਦੇ ਲਦਾਏ ਉਹਨਾਂ ਤੋਂ ਖੋਹ ਲਏ। ਪਾਰਿਓ ਰੋਰ ਕੋਸਨ ਲਗ ਸੁਨੀਅਤ, ਜਨ ਸਮੁੰਦਰ ਮਿਤ ਬੇਕੋ ਜਨੀਅਤ। ਔਰ ਗੁਰੂ ਪਿਆਰੋ ਰੌਲਾ ਪੈ ਗਿਆ, ਦੂਰ ਤੱਕ ਰੌਲਾ ਸੁਣਿਆ ਗਿਆ। ਆਨੰਦਪੁਰ ਦੇ ਕਿਲੇ ਵਿੱਚ ਖੜੇ ਗੁਰੂ ਸਾਹਿਬ ਹੱਸ ਰਹੇ ਆ ਦੇਖ ਕੇ, ਕਹੋ ਸਤਨਾਮ ਐਡੇ ਮੂਰਖ ਹੈ। ਪਤਾ ਲੱਗ ਗਿਆ ਨਾ ਸਿੰਘ ਹੁਣ ਇੰਨੇ ਕੁ ਧਰਮੀ ਆ ਇਹ ਤਾਂ ਜੇ ਕਿਤੇ ਸਾਰੀ ਕੋਹਣੀ ਤੱਕ ਬਾਂਹ ਨੂੰ ਸਰੋਂ ਤੇਲ ਨਾਲ ਗੱਚ ਕਰਕੇ ਨਾ ਤਿਲਾਂ ਦੀ ਬੋਰੀ 'ਚ ਨੱਪ ਦਿਓ, ਜਿੰਨੇ ਤਿਲ ਕੋਹਣੀ ਤੱਕ ਲੱਗ ਜਾਣ ਤੇਲ ਦੇ ਉੱਤੇ ਉਹ ਸਾਰੇ ਗਿਣ ਲਿਓ। ਇੰਨੀਆਂ ਸੌਹਾਂ ਜੇ ਪਹਾੜੀਏ ਤੁਰਕ ਪਾਉਣ ਤਾਂ ਇਹਨਾਂ ਦਾ ਵਿਸ਼ਵਾਸ ਨਾ ਕਰਿਓ। ਕਹੋ ਸਤਨਾਮ। ਇੰਨੀਆਂ ਕਸਮਾਂ ਦਾ ਵੀ ਵਿਸ਼ਵਾਸ ਨਹੀਂ ਕਰਨਾ। ਤੇ ਜਿਸ ਵੇਲੇ ਗੁਰੂ ਪਿਆਰੇ ਰੌਲਾ ਪਿਆ ਤੇ ਦੂਰ ਤੱਕ ਸੁਣਿਆ ਗਿਆ, ਇੱਕ ਤਾਂ ਰਾਤ ਟਿਕੀ ਸੀ। ਜਾਵੇ ਆਪਸ ਮੇਂ ਰਾਰ ਮਚਾਏ, ਤਾਬੂ ਪਰਤੀ ਤੋਪ ਚਲਾਈ। ਤੇ ਜਦੋਂ ਇਹਨਾਂ ਨੇ ਰੌਲਾ ਪਾਤਾ ਤੇ ਇਧਰੋਂ ਸਿੰਘਾਂ ਨੇ ਉੱਤੋਂ ਤੋਪਾਂ ਭਰ ਕੇ ਰੱਖੀਆਂ ਸਨ, ਉਹਨਾਂ ਨੂੰ ਅੱਗ ਦੇਤੀ, ਉਹਨਾਂ ਦੇ ਗੋਲੇ ਆਏ ਜੀ। ਗਾਜਤ ਗਾਜ ਸਮਾਨ ਮਹਾਨੀ, ਕਰੇ ਸ਼ਤਰੂ ਸਮਦਾਏ ਸੁਹਾਨੀ। ਇਸ ਤਰ੍ਹਾਂ ਗੱਜਦੀਆਂ ਹੋਈਆਂ ਤੋਪਾਂ ਬੱਦਲ ਦੀ ਨਿਆਈ ਚਲੀਆਂ ਤੇ ਬਹੁਤ ਸਾਰੇ ਤੁਰਕ ਜਿਹੜੇ ਨੇੜੇ ਆ ਗਏ ਸੀ, ਬਲਦ ਖੋਹਣ ਵਾਲੇ ਜਿਹੜੇ ਫੌਜੀ ਉਹਨਾਂ ਦੇ ਆ ਗਏ ਸੀ ਨੇੜੇ ਪਹਾੜੀਆਂ ਦੇ। ਕਈਆਂ ਦੇ ਤੋਪਾਂ ਵੱਜੀਆਂ ਤੇ ਪ੍ਰਾਣ ਪਖੇਰੂ ਉੱਡ ਗਏ ਜੀ। ਲੱਗੀ ਹੁਣ ਗੋਰਨ ਕੀ ਮਾਰ, ਜਿਸ ਤੇ ਮਰੇ ਹਜ਼ਾਰ ਜੁਝਾਰ। ਇਉਂ ਦੁਸ਼ਟਾਂ ਦੇ ਹਜ਼ਾਰਾਂ ਹੀ ਯੋਧੇ ਮਾਰੇ ਗਏ। ਕੁਛ ਆਪਸ में मूर्ख मारे, कुछ सतगुरु मार अर हरे। कई आपस में लड़ के मर गए ते कई गुरु किया ਤੋਪਾਂ ਨੇ ਮਾਰ ਦਿੱਤੇ। ਵੇਲੇ ਗੋਨ ਗਏ ਨਿਜ ਡੇਰੇ, ਧਰੇ ਛੁਪਾਏ ਨਹੀਂ ਦ੍ਰਿਗਹੀਰੇ। ਰਾਤ ਦਾ ਸਮਾਂ ਬਲਦਾਂ ਨੂੰ ਆਪਣੇ ਡੇਰਿਆਂ ਕੋਲੇ ਤੰਬੂਆਂ ਕੋਲੇ ਲੈ ਗਏ ਔਰ ਗੋਨਾ ਲਾ ਕੇ ਤੰਬੂਆਂ ਦੇ ਵਿੱਚ ਰੱਖਤੀਆਂ। ਉਤੋਂ ਸਿਉਂਤੀਆਂ ਸੀ, ਚੱਲ ਕੋਈ ਨਹੀਂ ਤੜਕੇ ਦੇਖਾਂਗੇ, ਦਿਨ ਚੜਨ ਦਿਓ। ਨਿਜ ਨਿਜ ਮੇ ਕਰ ਕਰ ਤਕਰਾਏ, ਖਾਨ ਪਾਨ ਬਲ ਗੋਨ ਛਪਾਏ। ਉਹ ਤਕੜਾਈ ਕਰਦੇ ਆ, ਕੋਈ ਆਪਣੀ ਚੱਕ ਕੇ ਨਾ ਲੈ ਜਿਓ, ਲੁੱਟ ਪੈ ਗਈ ਨਾ ਭਰੀਆਂ ਭਰਾਈਆਂ। ਕਈ ਤਾਂ ਉਹ ਭਰੀ ਭਰਾਈ ਗੋਣ ਲਿਜਾ ਕੇ ਮੰਦਿਰ ਵਿੱਚ ਰੱਖ ਦਿੱਤੀ ਆ, ਕਈਆਂ ਨੇ ਤਾਂ ਕੋਈ ਸਤਰ ਪਹਾੜੀਆਂ ਦੇ ਵਿੱਚ ਮੰਦਿਰ ਬਣੇ ਸੀ ਨਾ, ਲੁਕੋ ਦਿੱਤੀਆਂ ਉੱਥੇ ਗੋਨਾਂ ਲਿਜਾ ਕੇ ਭਰੀਆਂ। ਉਹ ਛੱਠਾਂ ਸਾਰੀਆਂ ਭਰੇ ਹੋਏ ਬੋਰੇ ਵੀ ਤੜਕੇ ਖੋਲਾਂਗੇ। ਔਰ ਇਹਨਾਂ ਨੇ ਲਿਜਾ ਕੇ ਆਪਣੇ ਤੰਬੂਆਂ ਵਿੱਚ ਰੱਖੇ, ਜਿੱਥੇ ਕਿਤੇ ਉਤਾਰੇ ਕੀਤੇ ਸੀ ਇਹਨਾਂ ਨੇ।
ਤੇ ਉਹ ਕਹਿੰਦੇ ਵੀ ਤੜਕੇ ਦੇਖਾਂਗੇ। जह पूजा ठाकुर की करे सांब सांब कर गुपति तरह। ਹਾਂ, ਠਾਕਰ ਦੀ ਪੂਜਾ ਮੰਦਿਰ 'ਚ ਹੀ ਹੁੰਦੀ ਹੈ ਨਾ। ਕੋਈ ਨੇੜੇ ਮੰਦਿਰ ਸੀਗਾ ਇਹਨਾਂ ਦੇ ਜਿੱਥੇ ਠਾਕਰਾਂ ਦੀ ਪੂਜਾ ਕਰਦੇ ਐ। ਕੁਝ ਗੁਣਾ ਲਿਜਾ ਕੇ ਇਹਨਾਂ ਨੇ ਮੰਦਿਰ 'ਚ ਲੁਕੋਤੀਆਂ ਬਈ ਬਾਹਰ ਚ ਚੱਕਾਂਗੇ। जाने हम सब किछ ले आए पुत्र पौत्र लग बैठे खाए। ਔਰ ਬੜੇ ਖੁਸ਼ ਹੈ, ਕਹਿੰਦੇ ਇੰਨਾ ਸਮਾਨ ਹੱਥ ਲੱਗ ਗਿਆ, ਨੌਕਰੀਆਂ ਵੀ ਛੱਡ ਦਿਆਂਗੇ ਰਾਜਿਆਂ ਦੀਆਂ, ਪੁੱਤ ਪੋਤਿਆਂ ਤੱਕ ਦਾ ਰਾਸ਼ਨ ਮਿਲ ਗਿਆ, ਹੀਰੇ ਜਵਾਹਰਾਤ ਹੋਣਗੇ, ਵੀ ਸੋਨਾ ਚਾਂਦੀ ਹੋਵੇਗਾ। ਖਜ਼ਾਨਾ ਕਿਹਾ ਨਾ ਬਾਪੂ ਨੇ ਵੀ ਸਾਡਾ ਖਜ਼ਾਨਾ ਪਹਿਲਾਂ ਜਾਊਗਾ, ਅਸੀਂ ਮਗਰੋਂ ਜਾਵਾਂਗੇ। बड़े बागो बाग है। मरण मरण सफल अब पे हो काली काल जित कतन लियो। ਜਿਹੜਾ 7 ਮਹੀਨੇ ਹੋ ਗਏ ਨਾ ਬੈਠਿਆਂ ਨੂੰ, ਉਹਦਾ ਸਾਨੂੰ ਇਵਜ਼ਾਨਾ ਉਹਦਾ ਖਰਚਾ ਮਿਲ ਗਿਆ। ਸਾਡਾ ਜੀਵਨ ਸਫਲਾ ਹੋ ਗਿਆ, ਕਹਿੰਦੇ ਸਾਡਾ ਜੀਵਨ ਸਫਲਾ ਹੋ ਗਿਆ। 7-8 ਮਹੀਨੇ ਹੋ ਗਏ ਇੱਥੇ ਭੁੱਖੇ ਮਰਦਿਆਂ ਨੂੰ। ਰਖੀ ਦੁਰਾਏ ਪਏ ਤੇਰੇ ਡੇਰੇ ਮੁਖ ਤੂਸ਼ਨ ਮਨ ਮੁਦਤ ਬਡੇਰੇ। ਅੰਦਰ ਬੜੇ ਖੁਸ਼ ਹੈ, ਬਾਹਰੋਂ ਚੁੱਪ ਹੈ ਤੇ ਆਪਣੀਆਂ ਗੋਨਾਂ ਦੀ ਰਾਖੀ ਕਰਨ ਲੱਗੇ ਤੰਬੂਆਂ 'ਚ ਬੈਠ ਕੇ। ਜਾਣੇ ਮੋਰ ਕਲ ਪੱਗਿਆ ਚਾਹੇ ਛਲਿਓ ਗੁਰੂ ਸਰਬੱਗਿਆ। ਇਹਨਾਂ ਨੂੰ ਇਹ ਨਹੀਂ ਪਤਾ ਵੀ ਜੇ ਅਸੀਂ ਛਲ ਕਰਨ ਜਾਣਦੇ ਆ ਤੇ ਗੁਰੂ ਤੁਹਾਡੇ ਛਲ ਨੂੰ ਸਮਝ ਕੇ ਤੁਹਾਡੇ ਨਾਲ ਵੀ ਕੁਝ ਕਰ ਸਕਦਾ। ਵੈਸੇ ਗੁਰੂ ਛਲ ਨਹੀਂ ਕਰਦਾ, ਸਤਿਗੁਰ ਕਿਸੇ ਨਾਲ ਧੋਖਾ ਨਹੀਂ ਕਰਦਾ। ਗੁਰੂ ਨੇ ਤਾਂ ਇਹਨਾਂ ਨੂੰ ਇਹ ਤਜਰਬਾ ਦਿਖਾਉਣਾ ਸੀ ਤੇ ਇਧਰ ਸਿੰਘਾਂ ਨੂੰ ਦਿਖਾਉਣਾ ਸੀਗਾ ਵੀ ਇਹ ਆਪਣੀਆਂ ਸੌਹਾਂ ਤੇ ਕਸਮਾਂ ਤੇ ਕਿੰਨੇ ਕੁ ਪੂਰੇ ਉਤਰਦੇ ਆ। ਸਮਾਤਨ ਧਿਆਨ ਗੁਰੂ ਮਨ ਪਾਇਓ ਅਜ ਬਦਗੀ ਪਰ ਦਗਾ ਦਿਖਾਇਓ। ਇਉਂ ਸਤਿਗੁਰਾਂ ਨੇ ਨਹਿਲੇ ਤੇ ਦਹਿਲਾ ਮਾਰਿਆ ਇਹਨਾਂ ਦੇ। ਉਹਨਾਂ ਦਾ ਵੀ ਖਿਆਲ ਸੀ ਨਾ ਵੀ ਇਹ ਬਾਹਰ ਨਿਕਲਣਗੇ, ਆਪਾਂ ਹਮਲਾ ਕਰਾਂਗੇ। ਤੇ ਪਾਤਸ਼ਾਹ ਵੀ ਜਾਣਦੇ ਸੀਗੇ, ਸਿੰਘਾਂ ਨੂੰ ਬੜਾ ਰੋਕਿਆ ਸੀ ਨਾ ਜਾਓ, ਪਰ ਕਹਿੰਦੇ ਨਹੀਂ ਚੱਲਾਂਗੇ। ਕਹਿੰਦੇ ਦੇਖ ਲਓ ਫਿਰ ਕੀ ਕਰਦੇ ਆ। ਤਾਂ ਦਗੇ ਪੇ ਦਗਾ ਭਾਵ ਜਿਵੇਂ ਆਪਾਂ ਮਾਲ ਵਿੱਚ ਕਹਿੰਦੇ ਆ ਨਹਿਲੇ ਤੇ ਦਹਿਲਾ ਮਾਰਿਆ ਗੁਰੂ ਨੇ, ਭਾਵ ਇਹਨਾਂ ਨੂੰ ਤਜਰਬਾ ਸਿਖਾਇਆ ਹੈ। ਛਲ ਕੋ ਕਰਤ ਧਰਮ ਛਡਵਾਇਓ ਨਰਕ ਉਚਿਤ ਪੈ ਕਛੂ ਨਾ ਪਾਇਓ। ਔਰ ਇਹਨਾਂ ਨੇ ਛਲ ਕੀਤਾ ਤੇ ਸਤਿਗੁਰਾਂ ਨੇ ਇਹਨਾਂ ਦਾ ਧਰਮ ਖਤਮ ਕਰ ਦਿੱਤਾ ਹੈ। ਇਹਨਾਂ ਦੇ ਹੱਥ ਨਰਕਾਂ ਤੋਂ ਬਗੈਰ ਕੁਛ ਵੀ ਨਹੀਂ ਆਇਆ। ਮਹਾਂਪੁਰਖ ਸੋ ਜੋ ਛਲ ਠਾਨੈ ਛਲਿਓ ਜਾਏ ਦਵੈ ਲੋਕ ਸੁਹਾਨੈ। ਹਾਂ, ਨਾ ਉਹ ਮਰੇ ਨਾ ਠੱਗੈ ਜਾਏ ਜਿਨ ਕੈ ਰਾਮ ਵਸੈ ਮਨ ਮਾਹੇ। ਪਰ ਜਿਹੜੇ ਉਹਨਾਂ ਨਾਲ ਠੱਗੀ ਮਾਰਨੀ ਚਾਹੁੰਦੀ ਉਹ ਆਪ ਠੱਗੇ ਜਾਂਦੇ ਆ। ਕਹੋ ਸਤਨਾਮ ਸ੍ਰੀ ਵਾਹਿਗੁਰੂ। ਇਹ ਵੀ ਠੱਗਣਹਾਰ ਹੈ, ਠੱਗਣਹਾਰ ਅਣਠੱਗਦਾ ਠੱਗ ਹੈ। ਇਹ ਫਿਰ ਆਪ ਦਾ ਤਜਰਬਾ ਦਿਖਾਉਣ ਤੇ ਆਵੇ ਤੇ ਇਦਾਂ ਹੀ ਦਿਖਾ ਦਿੰਦਾ। ਪਰ ਜੇ ਕੋਈ ਰੱਬ ਦੇ ਪਿਆਰ ਨਾਲ ਠੱਗੀ ਮਾਰਨੀ ਚਾਹੇ ਤਾਂ ਇੱਕ ਦਿਨ ਉਹ ਠੱਗੇ ਜਾਂਦੇ ਹਨ। ਝੂਠ ਕਬਾਰ ਸਰਬ ਲੈ ਗਏ ਨਿਸਮੇ ਨਹੀਂ ਨਿਹਾਰਤ ਪਏ। ਇਸ ਤਰ੍ਹਾਂ ਉਹਨਾਂ ਦੇ ਦੋਨੇ ਲੋਕ ਖਤਮ ਹੋ ਜਾਂਦੇ ਐ। ਮੂਰਖ ਖਜ਼ਾਨੇ ਦੇ ਮੋਹ ਵਿੱਚ ਜੋ ਟੁੱਟਿਆ ਭੱਜਿਆ ਕਵਾੜ, ਜੁੱਤੀਆਂ, ਛਿੱਤਰ, ਘੋੜਿਆਂ ਦੀਆਂ ਹੱਡੀਆਂ ਮਰਿਆ ਹੋਇਆਂ ਦੀਆਂ ਜੋ ਸਮਾਨ ਵਿੱਚ ਪਾਇਆ ਉਹ ਸਾਰਾ ਲੁੱਟ ਕੇ ਲੈ ਗਏ। ਸਾਰੀ ਰਾਤ ਰਾਖੀ ਕਰਦੇ ਰਹੇ ਜੀ ਦੋਰਾ। ਭਈ ਪ੍ਰਭਾਤ ਬਲੋਕਤੇ ਨਿਜ ਨਿਜ ਥਾਏ ਛੁਪਾਏ। ਹੁਣ ਜਿਵੇਂ ਚੋਰ ਦੀ ਮਾਂ ਕੋਠੀ 'ਚ ਮਾਂ ਕਰਕੇ ਮੂੰਹ ਕਰਕੇ ਵੇਚਦੇ ਕਿੰਨਾ ਕੁ ਮਾਲ ਲਿਆਇਆ ਪੁੱਤ। ਹੁਣ ਇਕੱਲੇ ਜਿਨ੍ਹਾਂ ਨੇ ਨਾਲੇ ਜੋ ਗੁਨਾ ਜੋ ਬੋਰੇ ਖੋਹੇ ਆ, ਹੁਣ ਕੱਲਾ ਵੇਖਦਾ ਖੋਲ ਕੇ ਦੇਖੀਏ ਭਲਾ ਕੀ ਆ। ਤੰਬੂ ਮੇ ਠਾਕੁਰ ਨੇ ਕਟਾ ਖੋਲੀ ਕੌਣ ਬਣਾਏ। ਉਹ ਤੰਬੂ ਦੇ ਵਿੱਚ ਜਿੱਥੇ ਨੇ ਪੂਜਾ ਦਾ ਇੰਤਜ਼ਾਮ ਕੀਤਾ, ਜਿਵੇਂ ਗੁਰੂ ਘਰ ਦੇ ਫੌਜ ਹੈ ਜਿਹੜੀ ਆਪਣੇ ਖਾਲਸਾ ਫੌਜ ਹੈ ਜਿਹੜੀ ਸਿੱਖ ਪਲਟਨ ਹੈ, ਉਹਨਾਂ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਾਂਦੇ ਆ। ਤਾਂ ਇਹਨਾਂ ਪਹਾੜੀਆਂ ਦੀ ਫੌਜ ਦੇ ਨਾਲ ਠਾਕਰਾਂ ਦੀ ਪੂਜਾ ਵਾਲਾ ਮੰਦਿਰ ਬਣਿਆ ਹੋਊਗਾ। ਉਸ ਮੰਦਿਰ ਵਾਲੇ ਤੰਬੂ ਵਿੱਚ ਇਹਨਾਂ ਨੇ ਗੋਨਾਂ ਲੁਕੋਈਆਂ ਸੀ। ਜੋ ਉਸ ਠਾਕਰ ਦੇ ਕੋਲ ਇਹਨਾਂ ਨੇ ਗੋਨਾਂ ਖੋਲੀਆਂ। ਚੌਪਾਈ ਦਾਸਨ ਆਦਿਕ ਸਕਲ ਹਟਾਏ ਆਪੇ ਖੋਲਣ ਕੋਲ ਲਚਾਏ। ਨੌਕਰਾਂ ਨੂੰ ਭਜਾਤਾ ਚਲੋ ਪਰੇ ਖੋਲ ਲਾਂਗੇ ਅਸੀਂ, ਸਾਡੇ ਕੋਲ ਹੈਗੇ ਹੱਥ ਕੋਲ, ਕਿਉਂਕਿ ਜੇ ਪਤਾ ਲੱਗ ਗਿਆ ਇਹਨਾਂ ਨੂੰ ਫਿਰ ਇਹ 'ਚੋਂ ਹਿੱਸਾ ਨਾ ਲੈ ਜਾਣ ਕਿਤੇ। ਇਸ ਕਰਕੇ ਕਹਿੰਦੇ ਸੀ ਆਪੇ ਹੀ ਖੋਲਾਂਗੇ। ਜੇ ਨੌਕਰ ਸੀ ਚਾਕਰ ਸੀਗੇ ਜਿਹੜੇ ਇਹਨਾਂ ਦੇ ਸੇਵਾਦਾਰ ਸੀ ਫੌਜਾਂ ਦੇ ਥੱਲੇ, ਉਹ ਬਾਹਰ ਕੱਢ ਦਿੱਤੇ ਸਾਰੇ ਤੰਬੂਆਂ ਚੋਂ। ਅੰਤਰ ਤੇ ਕਰ ਡਾਰ ਨਿਕਾਲੇ ਚਮਰੇ ਪਣੀ ਹਾੜ ਨਿਹਾਰੇ। ਜਦੋਂ ਇਹਨਾਂ ਨੇ ਠਾਕਰ ਦੁਆਰੇ ਵਿੱਚ ਤੰਬੂ ਵਿੱਚ ਖੋਲ ਕੇ ਗੋਨ ਨੂੰ ਉੱਤੋਂ ਰੱਸੀ ਕੱਢ ਕੇ ਕੁੰਡਿਆਂ ਚੋਂ ਜਦੋਂ ਉਲਟਾਈ
ਤੇ ਨੱਕ ਨੂੰ ਬਦਬੂ ਚੜੀ, ਤੇ ਜੋ ਬਾਹਰ ਨਿਕਲਿਆ ਹੱਡੀਆਂ, ਟੁੱਟੇ ਛਿੱਤਰ, ਘੋੜਿਆਂ ਦੀਆਂ ਟੁੱਟੀਆਂ ਵੱਡੀਆਂ ਹੱਡੀਆਂ, ਹੋਰ ਕਵਾੜਖਾਨਾ। ਜਦੋਂ ਇਹਨਾਂ ਦੇ ਮੰਦਰ ਦੇ ਵਿੱਚ ਢੇਰ ਲੱਗ ਗਿਆ ਉਹਦਾ। ਏਰਤ ਗੇਰੇ ਦੂਰ ਬਗਾਵੈ, ਬਿਸ਼ਟਾ ਹੱਥ ਲਗੇ ਪੁਛਤਾਵੈ। ਔਰ ਹੱਥ ਲਾ ਕੇ ਵੇਖਦੇ ਆ ਤੇ ਇਹਨਾਂ ਦੇ ਹੱਥ ਵੀ, ਜੋ ਉਹਦੇ ਵਿੱਚ ਘੋੜਿਆਂ ਦੀ ਕਹਿੰਦੇ ਲਿੱਦ ਵੀ ਪਵਾਤੀ ਸਿੰਘਾਂ ਨੇ। ਕਹੋ ਸਤਨਾਮ, ਇਹ ਵੀ ਪਾ ਦਿਓ ਵਿੱਚ, ਭਰ ਦਿਓ ਸਮਾਰ ਕੇ। ਤਾਂ ਇਹਨਾਂ ਦੇ ਹੱਥ ਲਿਬੜਨ ਲੱਗੇ। ਜਦੋਂ ਹੱਥ ਮਾਰਿਆ ਖੋਲ ਕੇ, ਹੱਥ ਵੀ ਲਿਬੜ ਗਏ, ਬਦਬੂ ਚੜ ਗਈ, ਸ਼ੀਸ਼ੀ ਕਰਦੇ ਭੱਜਦੇ ਆ। ਇੱਕ ਤੋ ਆਪਣਾ ਧਰਮ ਗਵਾਇਓ, ਦੁਤੀਏ ਲੇਤੇ ਜੰਗ ਮਚਾਇਓ। ਇੱਕ ਤਾਂ ਕਹਿੰਦੇ ਸਾਡਾ ਧਰਮ ਖਰਾਬ ਕਰ ਗਿਆ, ਦੂਜਾ ਇਹਨਾਂ ਗੋਨਾਂ ਨੂੰ ਖੋਲ ਪਿੱਛੇ ਕਿੰਨੀ ਲੜਾਈ ਕੀਤੀ, ਬਲਦਾਂ ਤੋਂ ਲਾ ਕੇ ਲਿਆਂਦੀਆਂ ਜਦੋਂ ਇਹਨਾਂ ਨੇ। ਕਹਿੰਦੇ ਇਹਨਾਂ ਨੂੰ ਪ੍ਰਾਪਤ ਕਰਨ ਵਾਸਤੇ ਕਿੰਨੀ ਲੜਾਈ ਕਰਨੀ ਪਈ। ਤੇ ਦੂਜਾ ਸਾਡਾ ਧਰਮ ਖਰਾਬ ਹੋ ਗਿਆ, ਕਿਉਂਕਿ ਇਹਨਾਂ ਨੇ ਸੌਹਾਂ ਵੀ ਤੋੜ ਦਿੱਤੀਆਂ। ਕਹਿੰਦੇ ਚੁੱਪ ਕਰਕੇ ਟੱਪ ਜੋ, ਕੁਛ ਨਹੀਂ ਕਹਿੰਦੇ। ਤੇ ਉਹਨਾਂ ਦਾ ਖਜ਼ਾਨਾ ਹੀ ਲੁੱਟ ਲਿਆ ਉਹਨਾਂ ਨੇ ਆਪਦੇ ਜਣੇ। ਰੇਤੀ ਨੇ ਪਾਕ ਜੋ ਛੂਵਤ ਪਏ, ਮਾਰੇ ਬਿਨਾ ਮੂਡ ਮਰ ਗਏ। ਤੀਜਾ ਗੰਦਗੀ 'ਚ ਹੱਥ ਵੱਜ ਗਏ, ਇਹ ਮੂਰਖ ਮਾਰੇ ਤੋਂ ਬਗੈਰ ਹੀ ਮਰ ਗਏ। ਲਜਤ ਆਪਸ ਮੇਂ ਨ ਕਹੈ, ਹਿੰਦੂ ਬਿਸੂਰਨ ਕੋ ਬੋਲੇ। ਬੜੇ ਸ਼ਰਮਸ਼ਾਰ ਹੋਏ, ਪਰ ਕਿਹਨੂੰ ਦੱਸਣ ਕਹਿੰਦੇ। ਇੱਕ ਤਿਕ ਆਪਣਾ ਜਨਮ ਬਖਾਨੈ, ਧਰਮਹੀਨ ਕੀ ਦੁਰਗਤ ਜਾਣੈ। ਉਹ ਜਾ ਮਨਾ ਧਰਿਗ, ਇਹ ਲਾਲਚ ਨੇ ਅੱਜ ਸਾਡਾ ਧਰਮ ਵੀ ਹੀਨ ਕਰ ਦਿੱਤਾ ਹੈ। ਆਪਣੇ ਆਪ ਨੂੰ ਧਰਕਾਰਾਂ ਪਾਉਂਦੇ ਹਨ। ਇਹੋ ਸਭਨ ਕੋ ਤਬ ਉਪਹਾਸਾ, ਬਿਕਸੇ ਸਤਿਗੁਰ ਪੀਕ ਤਮਾਸ਼ਾ। ਅਖੀਰ ਸਾਰਿਆਂ ਨੇ ਗੋਨਾ ਖੋਲੀਆਂ ਤੇ ਸਾਰੀਆਂ ਵਿੱਚੋਂ ਉਹੀ ਨਿਕਲਣਾ ਜੋ ਪਾਇਆ ਸੀ ਉਹਨਾਂ ਦੇ ਵਿੱਚ। ਇਸ ਕਰਕੇ ਗੁਰੂ ਪਿਆਰਿਓ, ਹੁਣ ਇਹ ਆਪਣੇ ਆਪ ਨੂੰ ਧਰਕਾਰਾਂ ਪਾਉਂਦੇ ਆ। ਬਲਦਾਂ ਦੀਆਂ ਗੋਨਾਂ ਲੁੱਟ ਕੇ ਜਦ ਖੋਲੀਆਂ ਤੇ ਇੱਧਰ ਗੁਰੂ ਸਾਹਿਬ ਆਨੰਦਪੁਰ ਦੇ ਕਿਲੇ ਤੇ ਖੜੇ ਹੱਸ ਰਹੇ ਹਨ। ਕਹਿਤ ਸਿੰਘ ਜੈ ਨਿਕਟ ਹਕਾਰੇ, ਕਹਿ ਦੁਰਜਨ ਤੇ ਧਰਮ ਨਿਹਾਰੇ। ਔਰ ਜਿਹੜੇ ਸਿੰਘ ਕਹਿੰਦੇ ਸੀ ਆਪਾਂ ਕਿਲਾ ਛੱਡ ਕੇ ਚੱਲੀਏ, ਉਹਨਾਂ ਨੂੰ ਕੋਲ ਸੱਦਿਆ। ਕਹਿੰਦੇ ਦੱਸੋ, ਦੇਖ ਲਿਆ ਧਰਮ ਇਹਨਾਂ ਦਾ, ਦੇਖ ਲਈਆਂ ਸੌਹਾਂ, ਉਹ ਲੁੱਟ ਲਿਆ ਖਜ਼ਾਨਾ ਸਾਡਾ। ਜੇ ਭਲਾ ਖਜ਼ਾਨਾ ਹੁੰਦਾ ਤੇ ਲੁੱਟ ਹੀ ਲੈਂਦੇ ਨਾ। ਇੱਕ ਉਹ ਸਤਨ ਇਹਨੇ ਲੁੱਟਣੇ ਸੀਗਾ। ਤੁਹਾਨੂੰ ਇਹ ਤਜਰਬਾ ਕਰਾਇਆ ਹੈ, ਤੁਹਾਨੂੰ ਇਹ ਪ੍ਰੈਕਟੀਕਲ ਕਰਾਇਆ ਹੈ ਕਿ ਇਹ ਲੋਕ ਆਪਣੀਆਂ ਕਸਮਾਂ ਤੇ ਕਾਇਮ ਨਹੀਂ ਹੈਗੇ। ਸੰਤ ਮਹਾਮਰੀ ਪਾਸ ਬਖਾਨਤ, ਗਿਰਪਤ ਤੁਰਕ ਧਰਮ ਕੋ ਠਾਨਤ। ਕੱਲ ਤੁਸੀਂ ਕਹਿੰਦੇ ਸੀ ਜੀ ਨਹੀਂ ਨਹੀਂ, ਉਹ ਸੌਹਾਂ ਪਾਈ ਜਾਂਦੇ ਆ, ਦੇਵੀ ਦੀ ਸਹੁੰ, ਗਊ ਦੀ ਸਹੁੰ, ਕੁਰਾਨ ਦੀ ਸਹੁੰ। ਤੁਸੀਂ ਕੱਲ ਕਹਿੰਦੇ ਸੀ ਸੌਹਾਂ ਪਾਉਂਦੇ ਆ, ਆਪਾਂ ਨੂੰ ਕੁਛ ਨਹੀਂ ਕਹਿੰਦੇ ਆ। ਵੇਖ ਲਿਆ ਤਜਰਬਾ। ਮੈਨੂੰ ਪਤਾ ਸੀਗਾ ਕਿ ਇਹਨਾਂ ਨੇ ਖਜ਼ਾਨਾ ਸਮਝ ਕੇ ਲੁੱਟ ਹੀ ਲੈਣਾ ਹੈ, ਤਾਂ ਮੈਂ ਤੁਹਾਨੂੰ ਤਜਰਬਾ ਦਿਖਾਇਆ। ਪਰ ਉਹਨਾਂ ਦੇ ਹੱਥ ਕੀ ਆਇਆ? ਉਹਨਾਂ ਦਾ ਧਰਮ ਵੀ ਜ਼ਾਹਰ ਹੋ ਗਿਆ ਵੀ ਕਿੰਨਾ ਕੁ ਧਰਮ ਦੇ ਪੱਕੇ ਨੇ ਇਹ। ਸਭ ਪਰ ਪਤਵਾਸੀ ਮਤ ਕਾਚੇ, ਏਕ ਅਬ ਬੈਨ ਬਨੇ ਨਹਿ ਸਾਚੇ। ਇਹ ਪਹਾੜੀਏ ਧਰਮ ਦੇ ਕੱਚੇ ਹਨ, ਇਹ ਕਦੇ ਵੀ ਆਪਣੇ ਬਚਨਾਂ ਦੇ ਸੱਚੇ ਨਹੀਂ ਹੋ ਸਕਦੇ ਜੀ। ਹਮ ਕਹਿ ਰਹੇ ਨਾ ਛਲ ਤੁਮ ਜਾਨਾ, ਜੇ ਕਰਤੇ ਤਜ ਦੁਰਗ ਪਿਆਨਾ। ਹਾਂ, ਮੈਂ ਤੁਹਾਨੂੰ ਕਿੰਨਾ ਸਮਝਾਇਆ। ਜੇ ਭਲਾ ਆਪਾਂ ਕਿਲੇ ਨੂੰ ਛੱਡ ਕੇ ਬਾਹਰ ਨਿਕਲ ਜਾਂਦੇ ਤੇ ਇਦਾਂ ਹੀ ਇਹਨਾਂ ਨੇ ਹਮਲਾ ਕਰਨਾ ਸੀਗਾ। ਤੁਰਕ ਗੁਰੇਸ਼ਵਨ ਕੀ ਬੜ ਸੈਨਾ, ਸਭ ਆਵਤਾਮ ਪਰ ਪਿਕ ਨੈਨਾ। ਔਰ ਇਹਨਾਂ ਨੇ ਇਕੱਠੇ ਹੋ ਕੇ ਸਾਰਿਆਂ ਨੇ ਆਪਣੇ ਤੇ ਇੱਕਦਮ ਹਮਲਾ ਕਰ ਦੇਣਾ ਸੀ। ਮੈਂ ਤੁਹਾਨੂੰ ਤਜਰਬਾ ਦਿਖਾ ਦਿੱਤਾ ਹੈ। ਜੂਜਤ ਸਗਲ ਸਿੰਘ ਬੜ ਵੀਰਾ, ਲਾਖੋ ਲਸ਼ਕਰ ਅਰ ਕੀ ਪੀਰਾ। ਔਰ ਇਹਨਾਂ ਲੱਖਾਂ ਵੈਰੀਆਂ ਦੇ ਲਸ਼ਕਰ ਵਿੱਚ ਸਾਡੇ ਸਿੰਘ ਜੂਝ ਜਾਂਦੇ, ਭਾਵ ਸ਼ਹੀਦੀਆਂ ਪਾ ਜਾਂਦੇ। ਬਹੁਤ ਲਚਾਰੀ ਹਮਕੋ ਤਬੈ, ਜੂਝ ਜਾਤ ਦਲ ਸਿੰਘਨ ਤਬੈ। ਤੇ ਫਿਰ ਅਸੀਂ ਲਾਚਾਰ ਹੋ ਜਾਂਦੇ ਜਦੋਂ ਇਹਨਾਂ ਨੇ ਇਕੱਠੇ ਹੋ ਕੇ ਹਮਲਾ ਕਰਨਾ ਸੀ। ਤਾਂ ਉਸ ਵੇਲੇ ਫਿਰ ਅਸੀਂ ਦੱਸੋ ਕੀ ਕਰਦੇ? ਅਬ ਤੋ ਸਭ ਕੋ ਭਈ ਪ੍ਰਤੀਤਾ, ਦੁਰਜਨ ਕਰਤ ਦਗਾ ਛਲ ਚੀਤ। ਸਿੰਘੋ ਹੁਣ ਤਾਂ ਪਤਾ ਲੱਗ ਗਿਆ ਤੁਹਾਨੂੰ ਬਈ ਜਿਹੜਾ ਇਹ ਸਾਡਾ ਦੁਸ਼ਮਣ ਹੈ, ਪਹਾੜੀ ਰਾਜੇ ਔਰ ਇਹ ਤੁਰਕ ਰਾਜੇ, ਸਾਰੇ ਇਹ ਸਾਡੇ ਦੁਸ਼ਮਣ ਹਨ। ਔਰ ਦੇਖੋ ਆਪਾਂ ਨੂੰ, ਮੈਨੂੰ ਪਤਾ ਸੀਗਾ ਵੀ ਇਹਨਾਂ ਨੇ ਲੁੱਟ ਪਹੁੰਚਾਉਣੀ ਹੈ, ਤਾਂ ਇਹਨਾਂ ਨੂੰ ਖਜ਼ਾਨਾ ਕਹਿ ਕੇ ਜੋ ਭਰਿਆ ਸੀ ਲੁੱਟ ਕੇ ਲਗਾਏ। ਪਰ ਹੁਣ ਇਹ ਪਛਤਾਉਂਦੇ ਹਨ
ਇਹਨਾਂ ਦੀਆਂ ਸੌਹਾਂ ਵੀ ਟੁੱਟ ਗਈਆਂ। ਤੁਰਕ ਭਾਰੇ ਪਰ ਵਿਸ਼ਵਾਸ, ਧਰੇ ਨਾ ਮਮ ਸਿੱਖ ਜੋ ਮਤ ਰਾਸ। ਜਿਹੜਾ ਮੇਰਾ ਸਿੱਖ ਹੈ ਇਹਨਾਂ ਤੁਰਕਾਂ ਅਤੇ ਪਹਾੜੀਆਂ ਉੱਤੇ ਕਦੇ ਵੀ ਭਰੋਸਾ ਨਾ ਕਰੇ। ਆਪਰ ਕਿਤਕ ਦਿਨ ਕਸ਼ਟ ਸਹਿਜੈ, ਭਲੋ ਜਾਨ ਨਿਜ ਧੀਰਜ ਕੀਜੈ। ਸਿੰਘੋ ਥੋੜੇ ਦਿਨ ਹੋਰ ਰੁਕ ਜਾਓ, ਥੋੜੇ ਦਿਨ ਹੋਰ ਦੁੱਖ ਝੱਲੋ, ਭੁੱਖ ਦਾ ਸਮਾਂ ਚੰਗਾ ਆ ਜਾਣਾ ਹੈ ਆਪਣੇ ਤੇ। ਵਿਜੇ ਪਰਾਜੇ ਸੁਖ ਦੁਖ ਜੋਈ, ਗੁਰ ਉਰ ਸੰਸਰ ਚਾਹ ਨ ਕੋਈ। ਗੁਰੂ ਵਾਸਤੇ ਤਾਂ ਹਾਰ ਜਿੱਤ ਬਰਾਬਰ ਹੈ, ਗੁਰੂ ਵਾਸਤੇ ਦੁੱਖ ਸੁੱਖ ਬਰਾਬਰ ਹੈ। ਸਭ ਚੇਤਨ ਅਨਦਾਮਤ ਬ੍ਰਹਮ, ਇਸ ਬਿਨ ਦਵੈਤ ਅਪਰ ਸਭ ਭਰਮ। ਸਤ ਚੇਤਨ ਆਨੰਦ ਆਤਮ ਬ੍ਰਹਮ ਸਾਰਿਆਂ ਵਿੱਚ ਇੱਕ ਪਰਮੇਸ਼ਰ ਦਾ ਵਾਸਾ ਹੈ। ਇਸ ਤੋਂ ਬਗੈਰ ਕੁਝ ਹੋਰ ਸੋਚਣਾ ਉਹ ਦਵੈਤ ਹੈ, ਉਹ ਭਰਮ ਹੈ। ਅਚ ਨਿਸ਼ਚਾ ਜਿਨ ਕੇ ਉਰ ਸਾਚੇ, ਸੋ ਕੋ ਕਿਉ ਪੂਰੀ ਕਚ ਰਾਚੇ। ਉਹ ਜਿਨ੍ਹਾਂ ਦਾ ਇੰਨਾ ਪੱਕਾ ਨਿਸ਼ਚਾ ਹੋਵੇ ਸੱਚ ਦੇ ਖੜੇ ਹੋਣ, ਉਹ ਝੂਠ ਨਾਲ ਕਿਉਂ ਜੁੜਨ। ਗਿਆਤੀ ਲਖੋ ਖਾਲਸੇ ਤਾ, ਇਹ ਸਭ ਹੋਵਤ ਖੇਲ ਸੁਚੇਤਾ। ਤਾਂ ਤੇ ਖਾਲਸਾ ਜੀ ਮੈਂ ਤੁਹਾਡੇ ਵਾਸਤੇ ਖੇਡ ਬਣਾਈ ਸੀ ਇੱਕ, ਤੁਹਾਨੂੰ ਦੱਸਣ ਵਾਸਤੇ। ਇਸ ਲਈ ਤੁਸੀਂ ਸੁਚੇਤ ਹੋ ਜਾਓ, ਮੈਂ ਜਾਣ ਬੁੱਝ ਕੇ ਐਸਾ ਕੀਤਾ ਸੀ। ਜਿਤਨੋ ਸੰਕਟ ਸੁਖਦ ਕੰਤਾ, ਪ੍ਰਭੂ ਨੇ ਤਿਮ ਨਿਤ ਵਰਤੰਤਾ। ਔਰ ਇਹ ਜੋ ਹੋ ਰਿਹਾ, ਜੰਗ ਹੋ ਰਿਹਾ ਹੈ, ਸਿੰਘ ਆ ਗਏ ਉਧਰੋਂ, ਤੁਰਕ ਸੱਦ ਲਏ, ਇਹ ਪਰਮੇਸ਼ਰ ਦੀਆਂ ਦੋ ਟੀਮਾਂ ਨੇ। ਦੋ ਟੀਮਾਂ ਬਣਾ ਕੇ ਪਰਮੇਸ਼ਰ ਖੇਡ ਵੇਖ ਰਿਹਾ ਹੈ। ਅਸੀਂ ਜੇਤੂ ਹੋ ਕੇ ਜਾਣਾ ਇਸ ਖੇਡ ਦੇ ਵਿੱਚ। ਜਿਸ ਤਰ੍ਹਾਂ ਪਾਤਸ਼ਾਹ ਦਾ ਇੱਕ ਬਚਨ ਹੈ ਸ੍ਰੀ ਰਾਗ ਦੇ ਵਿੱਚ, ਹਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦਮਾਲੜਾ। ਸਭ ਹੋਈ ਛਿੰਝ ਇਕੱਠੀਆ, ਦਇਓ ਬੈਠਾ ਵੇਖੈ ਆਪ ਜੀਓ। ਵਾਤ ਵੱਜਣ ਟਮਕ ਭੇਰੀਆਂ, ਮਲ ਲੱਥੇ ਪੰਜ ਵਿਕਾਰ। ਕਾਮ ਕ੍ਰੋਲੋ ਮੋਹਕਾਰੇ ਬਲ ਹੈ। ਤੇ ਖਾਲਸਾ ਜਿਹੜਾ ਇਹਦੀ ਸੁਰਤ ਜਿਹੜੀ ਹੈ, ਇਹ ਇੱਕ ਪਹਿਲਵਾਨ ਆ, ਉਹ ਪੰਜ ਪਹਿਲਵਾਨ ਹੈ। ਮਲ ਲੱਥੇ ਲੈਂਦੇ ਫੇਰੀਆਂ, ਤੇ ਜਿਵੇਂ ਪੁਰਾਣੇ ਸਮਿਆਂ 'ਚ ਘੋਲ ਹੁੰਦੇ ਸੀਗੇ ਪਿੰਡਾਂ ਦੇ ਵਿੱਚ ਮੱਲਾਂ ਦੇ, ਤੇ ਜਿਨ੍ਹਾਂ ਨੇ ਘੁਲਣਾ ਸੀਗਾ ਇੱਕ ਤਕੜਾ ਜਿਹਨੂੰ ਕੋਈ ਢਾਹ ਨਹੀਂ ਸਕਦਾ, ਉਹ ਕੱਪੜੇ ਲਾ ਕੇ ਤਿਆਰ ਹੋ ਕੇ ਵਿੱਚ ਘੁੰਮਦਾ ਵੀ ਆਓ ਵੀ ਕਿਹੜਾ ਮੇਰੇ ਨਾਲ ਘੁਲਦਾ, ਹੱਥ ਕੱਢਦਾ। ਫਿਰ ਉਹਨੂੰ ਢਾਉਣ ਵਾਸਤੇ ਕੋਈ ਹੋਰ ਆ ਜਾਂਦਾ, ਕਹਿੰਦੇ ਆ ਜਾ ਮੈਂ ਆਉਣਾ। ਤੋ ਇਸ ਤਰ੍ਹਾਂ ਝੰਡੀ ਬੰਨੀ ਜਾਂਦੀ, ਉਹਨਾਂ ਨੂੰ ਝੰਡੀ ਦਿੱਤੀ ਜਾਂਦੀ, ਜਿਹੜਾ ਜਿੱਤ ਜਾਂਦਾ। ਇਸੇ ਤਰ੍ਹਾਂ ਇਹ ਵੀ ਇੱਕ ਖੇਡ ਹੈ ਪਰਮੇਸ਼ਰ ਦੀ ਪਹਿਲਵਾਨਾਂ ਵਾਲੀ। ਤੇ ਸਿੰਘ ਹੈ ਜਿਹੜਾ ਉਹ ਗੁਰੂ ਦਾ ਪਹਿਲਵਾਨ ਹੈ, ਸਿੱਖ ਹੈ ਜਿਹੜਾ ਉਹ ਗੁਰੂ ਦਾ ਪਹਿਲਵਾਨ ਹੈ। ਔਰ ਦੂਜੇ ਪਾਸੇ ਕਾਲ ਦੇ ਪੰਜ ਪਹਿਲਵਾਨ ਹੈ, ਪੰਜਾਂ ਦੇ ਨਾਲ ਲੜਾਈ ਹੈ। ਖਾਲਸਾ ਸੋਈ ਜੋ ਕਰੇ ਨਿਤ ਜੰਗ, ਅੰਦਰਲੇ ਪਾਸੇ ਖਾਲਸਾ ਸੋਈ ਜੋ ਚੜ੍ਹੇ ਤਰੰਗ, ਖਾਲਸਾ ਮੇਰੋ ਸੱਜਣ ਸੂਰਾ। ਇਸ ਤਰ੍ਹਾਂ ਪਾਤਸ਼ਾਹ ਜੀ ਨੇ ਖਾਲਸੇ ਦੀ ਬੜੀ ਮਹਿਮਾ ਦੱਸੀ ਆਪਣੀ ਬਾਣੀ ਵਿੱਚ। ਤਾਂ ਹਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ। ਸਭ ਹੋਈ ਛਿੰਝ ਇਕੱਠੀਆ, ਦਇਓ ਬੈਠਾ ਵੇਖੈ ਆਪ ਜੀਓ। ਵਾਤ ਵੱਜਣ ਟਮਕ ਭੇਰੀਆਂ, ਜਿਵੇਂ ਘੋਲਾਂ 'ਚ ਢੋਲ ਵੱਜਦਾ ਹੈ, ਵਾਤ ਵੱਜਣ ਟਮਕ ਭੇਰੀਆਂ, ਇਹ ਅੰਦਰ ਵੱਜਦੇ ਅਨਹਦ ਵਾਜੇ। ਮਲ ਲੱਥੇ ਲੈਂਦੇ ਫੇਰੀਆਂ, ਨਿਹੱਤੇ ਪੰਜ ਜਵਾਨ ਮੈਂ ਇਹਨਾਂ ਪੰਜਾਂ ਨੂੰ ਢਾਹ ਲਿਆ। ਕਦੋਂ? ਜਦੋਂ ਗੁਰੂ ਥਾਪੀ ਦਿੱਤੀ ਕੰਡ ਜੀਓ, ਜਦੋਂ ਗੁਰੂ ਨੇ ਮੈਨੂੰ ਥਾਪੜਾ ਦੇ ਦਿੱਤਾ, ਜਦੋਂ ਮੈਨੂੰ ਆਬਦਾ ਬਣਾ ਲਿਆ, ਮੈਂ ਪੰਜੇ ਢਾਹ ਲਏ। ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ, ਜਦੋਂ ਆਪਣੇ ਚਰਨ ਜਪਾਏ ਅਨ ਵਿੱਚ ਦਇਓ ਖੜੋਆ। ਰੋਗ ਸੋਸਾ ਮਿਟ ਗਏ ਨਿਤ ਨਵਾਂ ਨਰੋਆ, ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਮੇਰੇ ਪ੍ਰੀਤਮ ਜੀ ਕਹਿੰਦੇ, ਸ਼੍ਰੀ ਨਾਨਕ ਬਾਕ ਬਖਾਨਾ, ਦੁਖ ਦਾਰੂ ਸੁਖ ਰੋਗ ਮਹਾਨਾ। ਸਿੰਘੋ ਗੁਰੂ ਦੇ ਵਾਸਤੇ ਦੁੱਖ ਸੁੱਖ ਕੁਛ ਵੀ ਨਹੀਂ ਹੈ। ਨਾ ਦੁੱਖ ਹੈ, ਨਾ ਸੁੱਖ ਹੈ, ਨਾ ਸੁੱਖ 'ਚ ਸੁਖੀ ਹੈ, ਨਾ ਦੁੱਖ ਵਿੱਚ ਦੁਖੀ ਹੈ। ਜਿਹੜੇ ਗੁਰੂ ਗੋਬਿੰਦ ਸਿੰਘ ਪਲੰਘਿਆਂ ਤੇ ਸੌਂਦੇ ਸੀ, ਪੋਲੇ ਗੱਦਿਆਂ ਤੇ, ਉਹਨਾਂ ਨੇ ਇੱਕ ਦਿਨ ਮਾਛੀਵਾੜੇ ਦੀ ਧਰਤੀ ਤੇ, ਨੰਗੀ ਧਰਤੀ ਦੀ ਵੀ ਸੌਂ ਕੇ ਦਿਖਾਇਆ। ਕੋ ਸਤਨਾਮ। ਇਸ ਕਰਕੇ ਗੁਰੂ ਵਾਸਤੇ ਦੁੱਖ ਸੁੱਖ ਬਰਾਬਰ ਹੈ, ਗੁਰੂ ਵਾਸਤੇ ਜਿੱਤ ਹਾਰ ਬਰਾਬਰ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ, ਉਹ ਸਿੱਖੋ ਦੁੱਖ ਤਾਂ ਦਵਾਈ ਬਣ ਜਾਂਦਾ ਸਾਡੇ ਵਾਸਤੇ। ਦੁੱਖ ਦਾਰੂ ਸੁਖ ਰੋਗ ਭਇਆ, ਅੰਤਰ ਥਿਰੋ ਨਿਚਿੰਤ ਕਰਾਰੇ, ਫਿਰ ਮਨ ਭਾਵਤ ਲਿਓ ਆਹਾਰੇ। ਥੋੜੇ ਸਮੇਂ ਲਈ ਅੰਤਰ ਰਹੋ, ਨਾ ਆਪਾਂ ਕਿਲਾ ਛੱਡੀਏ। ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਮਨ ਭਾਵਤ ਭੋਜਨ ਮਿਲੇਗਾ। ਸ਼੍ਰੀ ਅਸੀਂ ਤੁਝ ਕੇ ਵੇਖੋ ਤਮਾਸ਼ੇ, ਵਿਪਦ ਬਿਦਨ ਕੇ ਅਜਬ ਪ੍ਰਕਾਸ਼ੇ। ਓਏ ਤੁਸੀਂ ਇਸ ਨੂੰ ਜੰਗ ਨਾ ਸਮਝੋ, ਭੁੱਖ ਨੂੰ ਦੁੱਖ ਨਾ ਸਮਝੋ। ਤੁਸੀਂ ਇਸੇ ਨੂੰ ਇੱਕ ਤਮਾਸ਼ਾ ਬਣਾ ਕੇ ਦੇਖੋ ਨਾ। ਆ ਫਿਲਮ ਚੱਲਦੀ ਹੈ, ਟੀਵੀ ਤੇ ਵੇਖਦੇ ਆ,
ਕਿ ਉਹ ਫਿਲਮ ਵਿੱਚ ਕਈ ਮਰਦੇ ਆ ਪਰ ਕੋਈ ਨਹੀਂ ਰੋਂਦਾ ਉਹਨੂੰ ਦੇਖ ਕੇ, ਕੋਈ ਸਤਨਾਮ ਸੀ, ਕਿਉਂਕਿ ਪਤਾ ਵੀ ਇਹ ਐਵੇਂ ਹੀ ਆ, ਇਹ ਮਰਦੇ ਨਹੀਂ, ਅਸਲ ਵਿੱਚ ਖੇਡ ਆ। ਤੇ ਬ੍ਰਹਮ ਗਿਆਨੀ ਜਿਹੜੀ ਆ ਇਸ ਮੌਤ ਨੂੰ ਵੀ ਖੇਡ ਸਮਝਦੇ ਆ, ਕਿਉਂਕਿ ਆਤਮਾ ਮਰਦੀ ਨਹੀਂ ਗੀ, ਉਹ ਸਰੀਰ ਛੱਡ ਕੇ ਪਰਮੇਸ਼ਰ ਵਿੱਚ ਲੀਨ ਹੁੰਦੀ ਹੈ। ਜਿਹੋ ਜੀ ਭਾਵਨਾ ਹੁੰਦੀ ਹੈ ਉਧਰ ਚਲੀ ਜਾਂਦੀ ਹੈ। ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ, ਕੌਣ ਮੂਆ ਰੇ ਕੌਣ ਮੂਆ, ਦੱਸੋ ਦਾ ਕੌਣ ਮਰਿਆ। ਪੰਜੇ ਤੱਤ ਪੰਜਾਂ ਤੱਤਾਂ 'ਚ ਮਿਲ ਗਏ, ਆਤਮਾ ਪਰਮਾਤਮਾ ਵਿੱਚ ਮਿਲ ਜਾਂਦੀ ਆ। ਜਾਂ ਫਿਰ ਜਿਹੋ ਜਿਹਾ ਫੁਰਨਾ ਬਣਾਉਂਦੀ ਆ, ਅਗਲਾ ਸਰੀਰ ਚੱਕ ਲੈਂਦੀ ਹੈ ਨਵਾਂ। ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤਾਂ ਚਲਤ ਪਿਆ, ਇਹ ਤਾਂ ਰੋਜ਼ ਹੀ ਹੁੰਦਾ। ਇਸ ਕਰਕੇ ਅੰਦਰ ਆਰਾਮ ਨਾਲ ਬੈਠੇ ਰਹੋ, ਪਰਮੇਸ਼ਰ ਦਾ ਤਮਾਸ਼ਾ ਦੇਖੋ ਜੀ। ਆਪਣੀ ਰਾਜ ਤੇਜ ਬਿਰਤਾਵਨਾ, ਸਿਰ ਸ਼ਤਰਨ ਕੀ ਚਰਨ ਟਿਕਾਵਨਾ। ਅਸੀਂ ਇਹਨਾਂ ਦੁਸ਼ਮਣਾਂ ਦੇ ਸਿਰਾਂ ਤੇ ਆਪਣਾ ਪੈਰ ਰੱਖਣਾ ਹੈ, ਔਰ ਧਰਤੀ ਦਾ ਰਾਜ ਤੁਹਾਨੂੰ ਦੇਣਾ ਹੈ। ਅਲਪ ਬੀਜ ਤੇ ਬਹੁ ਵਿਸਤਾਰਨਾ, ਬਹੁ ਬਿਸਤਰ ਕੋ ਮੂਲ ਉਖਾਰਨਾ। ਜਿਸ ਤਰ੍ਹਾਂ ਛੋਟੇ ਬੀਜ ਤੋਂ ਬਹੁਤ ਵਿਸਤਾਰ ਹੋ ਜਾਂਦਾ ਹੈ, ਫਿਰ ਬਹੁਤ ਵਿਸਤਾਰ ਹੋਈ ਫਸਲ ਨੂੰ ਵੱਢਿਆ ਜਾਂਦਾ ਹੈ। ਇਸੇ ਤਰ੍ਹਾਂ ਇਹ ਕਿਤੇ ਥੋੜੇ ਸੀ, ਪਰ ਅੱਜ ਇਹ ਜ਼ੁਲਮ ਫੈਲ ਚੁੱਕਿਆ ਹੈ। ਤਪੇ ਗਨ ਤਪਨੇ, ਤਪ ਕੋ ਤਪੀ ਜਾਣ ਹਿਤ ਆਪਣੇ। ਇਹਨਾਂ ਨੂੰ ਖਤਮ ਕਰਨ ਵਾਸਤੇ ਅਸੀਂ ਬੜੀ ਲੰਬੀ ਤਪੱਸਿਆ ਕੀਤੀ ਹੈ, ਔਰ ਅਕਾਲ ਪੁਰਖ ਨੇ ਸਾਡੀ ਡਿਊਟੀ ਲਾ ਕੇ ਭੇਜਿਆ। ਇਤੇ ਆਦਿਕ ਕੀਨ ਸਹਮ ਸੰਗ, ਦੁਖ ਪੈ ਇਹ ਸਭ ਸੁਖ ਭੰਗ। ਔਰ ਅਸੀਂ ਥੋੜਾ ਚਿਰ ਦੁੱਖਾਂ ਨੂੰ ਝੱਲ ਕੇ ਇਸ ਜ਼ੁਲਮ ਨੂੰ ਖਤਮ ਕਰ ਦਿਆਂਗੇ। ਇਹਨਾਂ ਦੇ ਜਿਹੜੇ ਸਾਨੂੰ ਦੁੱਖ ਦਿੱਤੇ ਹਨ ਇਹਨਾਂ ਨੇ, ਉਹ ਅਸੀਂ ਭੰਗ ਕਰ ਦਿਆਂਗੇ। ਪਰਤਾਲੀ ਖਾਲਸਾ ਮੇਰਾ, ਜਿਤਕ ਦਿਨ ਮੈਂ ਬੜੀ ਨਾ ਦੇਰਾ। ਔਰ ਕਿਤਕ ਦਿਨ, ਥੋੜੇ ਹੀ ਦਿਨਾਂ ਵਿੱਚ ਅਸੀਂ ਬਦਲਾ ਲੈ ਲਵਾਂਗੇ ਦੁਸ਼ਮਣ ਤੋਂ। ਦਗਾ ਬੁਰਾ ਸਿੰਘੋ ਨੇ ਕਰੀਏ, ਰਣ ਮੇ ਰਲਤੀ ਸ਼ਤਰੂ ਸੰਗਰੀਏ। ਇਸ ਕਰਕੇ ਸਿੰਘੋ ਦਗਾ ਨਹੀਂ ਕਰਨਾ ਚਾਹੀਦਾ, ਜਿਵੇਂ ਪਹਾੜੀਆਂ ਨੇ ਕੀਤਾ ਹੈ। ਆਪਣਾ ਧਰਮ ਨਹੀਂ ਛੱਡਣਾ ਚਾਹੀਦਾ। ਜੰਗ ਦੇ ਮੈਦਾਨ ਵਿੱਚ ਅੰਦਰੋਂ ਤੇ ਬਾਹਰੋਂ ਇੱਕ ਹੋ ਕੇ ਲੜਨਾ ਚਾਹੀਏ। ਮਾਤਾ ਆਦ ਲੋਕ ਸਭ ਕਰਕੇ, ਗੁਰ ਪਰ ਸਿਦਕ ਧਰਿਓ ਹਿਤ ਧਰ ਕੇ। ਅਖੀਰ ਸਾਰੇ ਚੁੱਪ ਕਰ ਗਏ। ਸਾਹਮਣੇ ਹੁਣ ਹੱਥ ਕੰਗਣ ਨੂੰ ਵਾਰ ਸੀ ਕਿ ਕੰਗਣ ਹੱਥ 'ਚ ਪਾਇਆ ਦਿਸਦਾ ਹੈ, ਲੋਹੇ ਦਾ ਸੋਨੇ ਦਾ। ਫਿਰ ਇਹਦੇ ਬਾਰੇ ਉਦਾਹਰਨਾਂ ਦੇਣ ਦੀ ਕਿਹੜੀ ਲੋੜ ਹੈ, ਸਤਿਗੁਰਾਂ ਨੇ ਤਜਰਬਾ ਹੀ ਕਰਾ ਦਿੱਤਾ। ਹੁਣ ਬਹੁਤਾ ਸਮਝਾਉਣ ਦੀ ਲੋੜ ਨਹੀਂ ਹੈ। ਸਾਰੇ ਚੁੱਪ ਕਰ ਗਏ। ਕਾਇਓ ਗੁਰੂ ਕੋ ਸਾਚੋ ਜਾਣਿਓ, ਗਿਰਪਤ ਤੁਰਕਨ ਪੂਰਬ ਖਾਨਿਓ। ਕਹਿੰਦੇ ਠੀਕ ਹੈ ਮਹਾਰਾਜ, ਸੋਡੀ ਗੱਲ ਠੀਕ ਹੈ, ਵਾਕਈ ਇਹ ਝੂਠੇ ਹਨ। ਇਸ ਪ੍ਰਕਾਰ ਕੈ ਸਿੱਖ ਸਮਝਾਏ, ਭਲੇ ਮਹਾਤਮ ਭਲੇ ਸੁਨਾਏ। ਔਰ ਇਸ ਤਰ੍ਹਾਂ ਸਤਿਗੁਰਾਂ ਨੇ ਸਿੱਖਾਂ ਨੂੰ ਇਹਨਾਂ ਦੇ ਭਲੇ ਦੀਆਂ ਅਨੇਕਾਂ ਵਿਚਾਰਾਂ ਸੁਣਾਈਆਂ ਹੈ ਜੀ। ਸੰਤੋਖ ਨਹੀਂ ਕਿਨ ਕੀਨਾ, ਮਹਾ ਕਸ਼ਟ ਸਿਰ ਉਪਰ ਚੀਨਾ। ਔਰ ਪਰ ਫੇਰ ਵੀ ਥੋੜੇ ਦਿਨਾਂ ਬਾਅਦ ਫੇਰ ਕਹਿੰਦੇ ਭੁੱਖੇ ਮਰਦੇ ਆ, ਇੱਥੋਂ ਨਿਕਲੀਏ ਕਿਲੇ ਚੋਂ ਆਪਾਂ। ਕੁਛ ਧੀਰਜ ਤਰ ਸਿੱਖ ਪੁਨਰਾਏ, ਗੁਰ ਬਚਤੇ ਨਿਜ ਨੀਕੋ ਲਾਏ। ਔਰ ਕਈਆਂ ਨੇ ਗੁਰੂ ਦੀ ਗੱਲ ਮੰਨ ਕੇ ਧੀਰਜ ਰੱਖਣਾ ਕੀਤਾ ਹੈ। ਮੁਰਚਨ ਮੇਰਾ ਕੀ ਤਕਰਾਏ, ਸਭ ਨਿਗਰਾਗੇ ਰਖ ਚਕਸਾਏ। ਕੁਝ ਸਿੰਘ ਉਸ ਭੁੱਖ ਦੇ ਵਿੱਚ ਵੀ ਮੋਰਚਿਆਂ ਨੂੰ ਸੰਭਾਲ ਕੇ ਰੱਖਦੇ ਹਨ। ਬਿਨਾਨ ਤੇ ਪਹਿਲ ਚਾਰ, ਇੱਕ ਗੁਰ ਦਰਸ਼ਨ ਕੇ ਆਧਾਰ। ਔਰ ਕੁਝ ਵੀ ਅੰਦਰ ਖਾਣ ਨੂੰ ਨਹੀਂ ਮਿਲਦਾ, ਬਸ ਗੁਰੂ ਦੇ ਆਸਰੇ ਜ਼ਿੰਦਗੀ ਚੱਲ ਰਹੀ ਹੈ। ਸੰਕਟ ਸਹੇ ਕਸੇ ਕਟ ਰਹਿ, ਅਯੁੱਧ ਧਰੇ ਰੂਪਨ ਕੋ ਲੈ। ਕਮਰ ਕਸਾ ਕਰਕੇ ਰੱਖਦੇ ਆ, ਸ਼ਸਤਰ ਹੱਥ 'ਚ ਰੱਖਦੇ ਆ, ਅੰਦਰ ਪਾਣੀ ਜਾਂਦਾ ਹੈ, ਛੋਲਿਆਂ ਦੀ ਮੁੱਠ ਜਾਂਦੀ ਹੈ, ਪਤਾ ਨਹੀਂ ਉਹ ਵੀ ਜਾਂਦੀ ਹੈ ਕਿ ਨਹੀਂ ਜਾਂਦੀ ਹੁਣ, ਪਰ ਸ਼ਸਤਰ ਨੂੰ ਨਹੀਂ ਤਿਆਗਦੇ। ਕੋ ਕਸ਼ਟ ਤੇ ਧੀਰ ਜਾਲੀ, ਬਲ ਸਰ ਸ਼੍ਰੋਣਤ ਤੇ ਤਨ ਖਾਲੀ। ਔਰ ਪਰ ਅਖੀਰ ਸਰੀਰ ਤਾਂ ਖੂਨ ਦੇ ਨਾਲ ਚੱਲਣਾ ਤੇ ਖੂਨ ਖੁਰਾਕ ਦੇ ਨਾਲ ਬਲਣਾ। ਸਰੀਰ ਦੇ ਵਿੱਚੋਂ ਖੂਨ ਵੀ ਖਾਲੀ ਹੁੰਦਾ ਜਾ ਰਿਹਾ ਹੈ, ਔਰ ਭੁੱਖ ਦਾ ਦੁੱਖ ਬੜਾ ਡਾਢਾ ਹੈ। ਕਹਾ ਕਰੇ ਕਿਛ ਲਖਿਓ ਨ ਜਾਏ, ਗੁਰ ਚਰਿਤ੍ਰ ਕੋ ਪਾਰ ਨ ਪਾਏ। ਗੁਰੂ ਦੀ ਮਹਿਮਾ ਦਾ ਅੰਤ ਨਹੀਂ ਹੈ, ਗੁਰੂ ਦੇ ਕੌਤਕਾਂ ਦਾ ਅੰਤ ਨਹੀਂ ਹੈ। ਕੀ ਕੀਤਾ ਜਾਵੇ। ਆਦ ਕੁਛ ਦਾ ਦੁੱਖ ਸਹਿਓ ਨ ਪਰੈ, ਦ੍ਰਿਸ਼ਟ ਪੇ ਨਹੀਂ ਅਨ ਕਿਆ ਕਰੈ। ਔਰ
ਇਹ ਭੁੱਖ ਦਾ ਦੁੱਖ ਝੱਲਿਆ ਨਹੀਂ ਜਾਂਦਾ। ਦ੍ਰਿਸ਼ਟ ਪੇ ਨਹੀਂ ਅੰਨ ਕਿਆ ਕਰੇ, ਹੁਣ ਤਾਂ ਕਿਤੇ ਅਨਾਜ ਵਿਖਾਈ ਵੀ ਨਹੀਂ ਦਿੰਦਾ। ਘਾਟ ਬਾਟ ਕੀ ਸਭ ਟਕਰਾਏ, ਤੁਰਕ ਗ੍ਰੇਸ਼ਨ ਕੀਨ ਬਣਾਏ। ਦੂਜੇ ਪਾਸੇ ਤੁਰਕਾਂ ਨੇ ਪਹਾੜੀਆਂ ਨੇ ਚੰਗੀ ਤਰ੍ਹਾਂ ਸਾਰੇ ਰਸਤੇ ਸੀਲ ਕਰ ਦਿੱਤੇ ਐ। ਸਿੰਘਾਂ ਨੂੰ ਬਾਹਰੋਂ ਰਾਸ਼ਨ ਲਿਆਉਣ ਤੋਂ ਵੀ ਇਹਨਾਂ ਨੇ ਬੰਦ ਕਰ ਦਿੱਤਾ। ਬਾਹਰੋਂ ਅੰਦਰ ਆਉਂਦਾ ਨਹੀਂ, ਨਾ ਬਾਹਰੋਂ ਕੋਈ ਵਪਾਰੀ ਅੰਦਰ ਆਉਣ ਦਿੰਦੇ ਆ ਤੇ ਨਾ ਹੀ ਬਾਹਰ ਜਾਣ ਦਿੰਦੇ ਹਨ। ਜਦੋਂ ਕਈ ਦਿਨ ਇਸ ਤਰ੍ਹਾਂ ਬਤੀਤ ਹੋ ਗਏ, ਇੱਕ ਦਿਨ ਰਾਜੇ ਔਰੰਗਜ਼ੇਬ ਦੀ ਚਿੱਠੀ ਆਈ ਆ। ਕਸਮ ਕੁਰਾਨ ਆਦ ਕੀ ਖਾਏ, ਤੁਮਰੋ ਬੁਲੋ ਨਾ ਚਿਤੇ ਕਦਾਏ। ਕਹਿਣ ਲੱਗੇ ਤੁਸੀਂ ਕੁਰਾਨ ਦੀ ਕਸਮ ਖਾਧੀ ਸੀ, ਤੁਹਾਡਾ ਅਸੀਂ ਕਦੇ ਵੀ ਬੁਰਾ ਨਹੀਂ ਚਿਤਵਦੇ। ਜੇ ਕੈਸੇ ਤੁਮ ਬੁਰਾ ਤਕਾਵੇ, ਨੈ ਦਰਗਾਹ ਠੌਰ ਹਮ ਪਾਵੇ। ਦੁਬਾਰੇ ਔਰੰਗਜ਼ੇਬ ਨੇ ਫਿਰ ਚਿੱਠੀ ਭੇਜਤੀ ਹੈ ਵੀ ਅਸੀਂ ਕੁਰਾਨ ਦੀ ਕਸਮ ਖਾਂਦੇ ਆ, ਅਸੀਂ ਤੁਹਾਡਾ ਬੁਰਾ ਨਹੀਂ ਸੋਚਦੇ। ਜੇ ਤੁਹਾਡਾ ਅਸੀਂ ਬੁਰਾ ਕਰਾਂਗੇ ਸਾਨੂੰ ਦਰਗਾਹ ਵਿੱਚ ਥਾਂ ਨਾ ਮਿਲੇ, ਅੱਲਾ ਦੇ ਘਰ ਖੁਦਾ ਦੇ ਘਰ ਵੀ ਸਾਨੂੰ ਥਾਂ ਨਾ ਮਿਲੇ। ਤੇ ਪਾਤਸ਼ਾਹ ਇਹਦੀ ਚਿੱਠੀ ਦਾ ਕੀ ਜਵਾਬ ਦਿੰਦੇ ਆ, ਇਹ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਸਮਾਂ ਸਮਾਪਤੀ ਤੇ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇ ਕਾ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗੇ ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनाश, हे पूरन हे सर्व मैं गुणतास, हे संगी हे निरंकार, हे निर्गुण सब, हे गोविंद हे गुण निधान, सदा विवेक, हे अपरंपर हर हरे, हे संत कै सदा संग, हे ठाकुर हों दासरो, नानक दीजै नाम दान, आए प्रभ शरणागति, एक अखर हर मन बसत, एक ओंकार सतगुरु प्रसाद सच होए। वाहिगुरु जी की फतेह है, विनाशन सोए। वाहिगुरु जी की फतेह है, विनाशन सोए। वाहिगुरु जी का खालसा, वाहिगुरु जी की फतेह। बहुत बहुत धन्यवाद। सब संगतां ने हाजरियां भरियां। गुरु जी